हाँ जी, स्टार्टेड डॉक्टर साहब रिकॉर्डिंग। आई थिंक 531 आज बंद। हाँ जी, हाँ पढ़ो सही साहब। अच्छा चलो, मैं एक सेकंड देना, मैं खोलना फिर किताब। मैं किताब मेरे को एक्सीडेंटली बंद हो गई। ਜਿਹਦੇ ਕੋਲ ਖੁੱਲੀ ਆ ਉਹ पढ़ना शुरू कर दे। नहीं, मैं खोल ली। आई एम हियर जी। ओके चलो पढ़ो। भाभी जानने हाँ असी सब चाले, जेड़े मूंग ते चने खिंडावनी है, आब खेड़े हैं तू गुताल चाले, सानू हस्तियां चा बनावनी है, चीचो चीज कंधोड़ियां आप खेड़े, टापियां टापियां नाल बिलावनी है, आप रहे बेदोस बेगरज बन के, आप रहे बेदोस बेगरज बन के, माल खेड़ियां दा लुटवानी है। जी डॉक्टर साहब। भाभी जानने हाँ ਅਸੀਂ ਸਭ ਚਾਲੇ। ਚਾਲੇ ਦਾ ਮਤਲਬ ਸਾਰੇ ਜਿਹੜੇ ਟ੍ਰਿਕਸ ਨੇ ਅਸੀਂ ਵੀ ਜਾਣਨੀ ਆ ਉਹਨਾਂ ਨੂੰ। ਜਿਹੜੇ ਮੂੰਗ ਤੇ ਚਨੇ ਖੜਾਵਣੀ ਹੈ। ਮੂੰਗ ਤੇ ਚਨੇ ਖੜਾਉਣਾ ਹੁੰਦਾ ਹੈ ਕੁੜੀਆਂ ਦਾ ਕਿਸੇ ਬੰਦੇ ਨਾਲ ਯਾਰੀ ਦਾ। ਆਪ ਖੇਡਦੀ ਹੈ ਤੂੰ ਕਟਾਲ ਚਾਲੇ। ਆਪ ਤੂੰ ਕੁਟਣੀਆਂ ਵਾਲੇ ਚਾਲੇ ਖੇਡਣੀ ਹੈ। ਕੁਟਣੀਆਂ ਮਤਲਬ ਜਿਹੜੀ ਲਗਾਈ ਬੁਝਾਈ ਕਰਦੀਆਂ ਨੇ ਇਧਰ ਦੀ ਉਧਰ ਕਰਦੀ। ਸਾਨੂੰ ਇੱਥੇ ਮੈਂ ਕੀਤਾ ਮਸਤੀਆਂ ਚਾਹ ਬਣਾਉਣੀ ਹੈ, ਲੇਕਿਨ ਜੇ ਹਸਤੀਆਂ ਹੈ ਤਾਂ ਉਹਦਾ ਮਤਲਬ ਉਹਦਾ ਹਥਣੀਆਂ ਚਾਹ ਬਣਾਉਣੀ ਹੈ, यानी हस्ती तो हथनी है। मैं लगे चाह डॉक्टर साहब हस्तियां चाह बनाना मतलब कि बेवकूफ बनाना, कि तू हस्तियां नु बेवकूफ बनानी। आहो आहो। चीचो चीज गंदोलियां आप खेडें। चीचो चीज गंदोलियां एक ਮੁੰਡਿਆਂ ਦਾ ਖੇਡ ਹੁੰਦਾ ਸੀ, ਅਸੀਂ ਵੀ ਬਚਪਨ ਚ ਬਹੁਤ ਖੇਡਿਆ। ਉਹਦੇ ਵਿੱਚ ਦੋ ਪਾਰਟੀਆਂ ਬਣ ਜਾਂਦੀਆਂ ਸਨ ਤੇ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਬਾਰੋ ਵਾਰੀ ਸੀਕ੍ਰੀਟ ਥਾਵਾਂ ਤੇ ਲਕੀਰਾਂ ਮਾਰਦੀਆਂ ਸਨ ਤੇ ਜਿਹੜੀ ਦੂਸਰੀ ਪਾਰਟੀ ਸੀ ਉਹਦਾ ਦੂਜੀ ਪਾਰਟੀ ਨੇ ਉਹਨਾਂ ਲਕੀਰਾਂ ਨੂੰ ਲੱਭਣਾ ਹੁੰਦਾ ਸੀ ਤੇ ਜਿਹੜੀਆਂ ਉਹਨੇ ਲੱਭ ਲਈਆਂ ਉਹਨਾਂ ਨੇ ਉਹ ਤੇ ਇਕੱਠੀਆਂ ਗਈਆਂ ਤੇ ਜਿਹੜੀਆਂ ਉਹਨਾਂ ਨੂੰ ਨਹੀਂ ਲੱਭੀਆਂ ਲਕੀਰਾਂ ਜਿਸ ਕਿਸੇ ਥਾਂ ਤੋਂ ਤੇ ਉਹ ਲਕੀਰਾਂ ਜਿਹੜੀਆਂ ਨੇ ਉਹ ਉਸ ਟੀਮ ਦੇ ਪੁਆਇੰਟ ਤੋਂ ਪਏ। ਸਮਝੋ ਨਾ ਤੁਸੀਂ ਕਿਵੇਂ ਖੇਡ ਖੇਡੇ। ਮਤਲਬ ਤੁਸੀਂ ਇਹ ਸੋਚੋ ਕਿ ਪਿੰਡ ਵਿੱਚ ਆਪਣੇ ਘਰ ਵਿੱਚ ਗੁਆਂਢੀਆਂ ਦੇ ਘਰ ਵਿੱਚ ਜਿਹੜੀਆਂ ਖੁਫੀਆ ਥਾਵਾਂ ਨੇ ਜਿਨ੍ਹਾਂ ਵੱਲ ਧਿਆਨ ਨਹੀਂ ਜਾਂਦਾ ਉੱਥੇ ਤੁਸੀਂ ਉਹ ਲਕੀਰਾਂ ਮਾਰਨੀਆਂ ਨੇ, ਇੱਕ ਸਿੱਧੀਆਂ ਲਕੀਰਾਂ ਮਾਰਨੀਆਂ ਨੇ ਤੇ ਦੂਜੀ ਪਾਰਟੀ ਨੇ ਉਹਨਾਂ ਥਾਵਾਂ ਨੂੰ ਲੱਭਣਾ ਜਿੱਥੇ ਤੁਸੀਂ ਲਕੀਰਾਂ ਮਾਰੀਆਂ ਤੇ ਜਿਹੜੀਆਂ ਸੈਕੰਡ ਪਾਰਟੀ ਨੇ ਲੱਭ ਲਈਆਂ ਉਹ ਦੇ ਆਰ ਕੈਂਸਲਡ ਆਊਟ ਤੇ ਜਿਹੜੀਆਂ ਨਹੀਂ ਲੱਭੀਆਂ ਉਹ ਲਕੀਰਾਂ ਮੋਹਣ ਵਾਲੀ ਪਾਰਟੀ ਦੇ ਪੁਆਇੰਟਸ ਬਣ ਗਏ। ਇਹ ਹੁੰਦਾ ਸੀ ਚੀਚੋ ਚੀਜ਼ ਕੰਦੋਲੀਆਂ। ਖੇਡੇ ਚੱਡੀ ਟਾਪਿਆਂ ਨਾਲ ਬੁਲਾਉਣੀ ਹੈ। ਅੱਛਾ ਇਹ ਮੇਰੇ ਤੇ ਕਲੀਅਰ ਨਹੀਂ ਹੈਗੀ, ਮੈਂ ਇਹ ਇਹਦੇ ਬਾਰੇ ਵਿੱਚ ਮੈਂ ਲਿਖਿਆ ਵੀ ਕੋਈ ਨਹੀਂ ਹੈ ਤੇ ਮੈਨੂੰ ਪਤਾ ਨਹੀਂ ਕਿਉਂ ਇਹ ਸੀਗਾ, ਲੇਕਿਨ ਇੱਥੇ ਗੈਸ ਕਰ ਸਕਦੇ ਹੋ ਫਿਲਹਾਲ ਤੇ ਗੈਸ ਕੁਝ ਵੀ ਹੋ ਸਕਦਾ ਹੈ ਆਪਣਾ। ਅੱਡੀ ਟੱਪਾ ਵੀ ਤੇ ਇੱਕ ਖੇਡ ਹੈ। ਹਾਂ ਅੱਡੀ ਟੱਪਾ ਵੀ। ਇਹ ਡਾਕਟਰ ਸਾਹਿਬ ਗਾਣਾ ਵੀ ਹੈ ਨਾ, ਅੱਡੀ ਟੱਪਾ ਲਾਈ ਰੱਖਦੀ। हाँ ये हो सकता है चड्डी की थां अड्डी हो गए। हाँ डॉक्टर साहब दैट्स मोर लाइकली। लेकिन ये किसी ने पॉइंट आउट नहीं किया, सारियां ने इन्हें चड्डी टापियां नाल इंटरप्रेट करने की कोशिश की है ते लेकिन एक ये भी की है कि जी चड्डी
ਮੇਰੇ ਖਿਆਲ ਚੱਡੀ ਟੱਪਾ ਜਿਹੜਾ ਹੈ ਇਹ ਉਹੀ ਓਪਨ ਗੇਮ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਡਾਕਟਰ ਸਾਹਿਬ ਉਸੇ ਦਾ ਬੁਲਾਉਣਾ ਵਕਤ ਦੇ ਨਾਲ ਬੁਲਾਉਣ ਦਾ ਮਤਲਬ ਹੈ ਮਿਸਲੀਡ ਕਰਨਾ। ਆਪ ਤੂੰ ਚੱਡੀ ਟੱਪੇ ਖੇਡ ਕੇ ਸਾਨੂੰ ਮਿਸਲੀਡ ਕਰ ਰਹੀ ਹੈ। ਆਪ ਰਹੇ ਬੇਦੋਸ਼ ਬੇਗਰਜ਼ ਬਣ ਕੇ, ਬੇਦੋਸ਼ ਬੇਗੁਨਾਹ ਇਨੋਸੈਂਟ ਬੇਗਰਜ਼ ਸੈਲਫਲੈਸ ਮਾਲ ਖੇੜਿਆਂ ਦਾ ਲੁਟਵਾਮ ਨਹੀਂ ਹੈ। ਤੇ ਸਾਫ਼ ਹੀ ਹੈਗਾ, ਤੁਹਾਨੂੰ ਸਮਝ ਆਏਗੀ। ਚਲੋ ਜੀ ਅਗਲਾ ਬੰਦ ਕਿਨੇ ਪੜਨਾ? ਮੈਂ ਪੜ੍ਹ ਦਿੰਦੀ ਹਾਂ ਜੀ। ਹਾਂਜੀ ਅੜਿਓ ਕਸਮ ਮੈਨੂੰ ਜੇ ਯਕੀਨ ਕਰੋ, ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ, ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਉਹ ਨਹੀਂ ਜਾਣਦੀ ਮੈਂ ਚਾਪਲੂਸੀਆਂ ਨੀ। ਮੈਂ ਤਾਂ ਪੇਕਿਆਂ ਨੂੰ ਨਿਤ ਯਾਦ ਕਰਾਂ, ਪਈ ਪਾਉਨੀ ਆ ਨਿਤ ਔਂਸੀਆਂ ਨੀ। ਵਾਰਿਸ ਸ਼ਾਹ ਕਿਉਂ ਤਿਨਾ ਆਰਾਮ ਆਵੇ, ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ। ਹਾਂਜੀ। ਅੜਿਓ ਕਸਮ ਮੈਨੂੰ ਜੀ ਮੈਂ ਨਰੋਲ, ਨਰੋਲ ਜਿਹਦੇ ਵਿੱਚ ਕੋਈ ਰੜਾ ਨਾ ਹੋਵੇ, ਖਾਲਿਸ ਖਾਲਿਸ ਬੇਗਰਜ਼ ਉਹ ਸੈਲਫਲੈਸ ਬੇਦੋਸੀਆਂ ਬੇਗੁਨਾਹ, ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ, ਜਿਹੜੀਆਂ ਤੁਸੀਂ ਰਮਜ਼ਾਂ ਮਾਰ ਰਹੀਆਂ ਹੋ ਮੈਨੂੰ ਸੈਕਸ ਦੀਆਂ, ਉਹ ਮੈਂ ਉਹ ਜਾਣਦੀ ਨਹੀਂ ਹੈ। ਤੇ ਨਾ ਹੀ ਮੈਂ ਚਾਪਲੂਸੀਆਂ ਜਾਣਨੀ ਹੈ ਕਿ ਮੈਂ ਕਿਸੇ ਦੀ ਚਾਪਲੂਸੀ ਕਰਾਂ। ਮੈਂ ਤਾਂ ਪੇਕਿਆਂ ਨੂੰ ਨਿਤ ਯਾਦ ਕਰਾਂ, ਪਈ ਪਾਉਂਦੀ ਹਾਂ ਨਿਤ ਔਸੀਆਂ ਨਹੀਂ। ਤੇ ਔਸੀਆਂ ਦਾ ਮੈਂ ਤੁਹਾਨੂੰ ਦੱਸਿਆ ਹੈ ਕਈ ਵਾਰੀ, ਤੁਹਾਨੂੰ ਯਾਦ ਹੈ ਸਾਰਿਆਂ ਨੂੰ? ਜੀ ਡਾਕਟਰ ਸਾਹਿਬ। ਬਸ ਠੀਕ ਹੈ। ਵਾਰਿਸ ਸ਼ਾਹ ਕਿਉਂ ਤਿਨਾ ਆਰਾਮ ਆਵੇ, ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੇ। ਤੋਸਿਆ ਜਾਣਾ ਦਿਲ ਵਿੱਚ ਆਰਾਮ ਆ ਜਾਣਾ, ਦਿਲ ਦੀ ਤਸੱਲੀ ਹੋ ਜਾਣਾ। ਤੇ ਵਾਰਿਸ ਸ਼ਾਹ ਕਿਉਂ ਤਿਨਾ ਉਹਨਾਂ ਨੂੰ ਕਿਵੇਂ ਆਰਾਮ ਆ ਸਕਦਾ ਹੈ, ਜਿਹੜੀਆਂ ਇਸ਼ਕ ਦੇ ਥਲਾਂ ਦਾ ਮਤਲਬ ਡੈਜ਼ਰਟ, ਇਸ਼ਕ ਦੇ ਡੈਜ਼ਰਟ ਦੇ ਵਿੱਚ ਜਿਨ੍ਹਾਂ ਦੀ ਤਸੱਲੀ ਹੁੰਦੀ ਹੈ। ਤਸੱਲੀ ਹੁੰਦੀ ਹੈ ਕਿ ਜਿਹੜੀਆਂ ਸੜੀਆਂ ਨੇ ਉੱਥੇ, ਉਹਨਾਂ ਨੂੰ ਕਿਸ ਤਰ੍ਹਾਂ ਆਰਾਮ ਆ ਸਕਦਾ ਹੈ? ਕੋਠੀਆਂ ਸੜੀਆਂ ਨਹੀਂ ਹੈ, ਦਿਲ ਦੀ ਤਸੱਲੀ ਹੋ ਜਾਂਦੀ ਹੈ। ਮੈਂ ਵੀ ਤਸੀਬ ਨੂੰ ਮੈਂ ਰੈਫਰੈਂਸ ਡਾਕਟਰ ਸਾਹਿਬ ਤੋਸਾ ਜਿਹੜਾ ਨਾ, ਤੋਸਾ ਜਿਹੜਾ ਨਾ ਉਹ ਖਾਣ ਦੇ ਵਾਸਤੇ ਵੀ ਵਰਤਿਆ ਜਾਂਦਾ ਹੈ। ਇੱਕ ਵੱਡਾ ਜਿਹਾ ਫੁਲਕਾ ਚਪਾਤੀ ਜਾਂ ਕੋਈ ਰੋਟੀ, ਵੱਡੀ ਜੀ ਰੋਟੀ, ਰਾਈਟ? ਆਹੋ, ਉਹ ਜ਼ਿਆਦਾਤਰ ਸਿਨਿਕਲੀ ਕਹਿੰਦੇ ਨੇ ਤੋਸਾ ਤੋਂ ਭਰ ਗਿਆ ਹੀ। ਡਾਕਟਰ ਸਾਹਿਬ ਇਹਦੇ ਚ ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੇ, ਤਸੀਬ ਨੂੰ ਵੱਲ ਵੀ ਰੈਫਰੈਂਸ ਹੋ ਸਕਦਾ ਹੈ ਜੀ? ਤਸੀਬ ਨੂੰ ਵੱਲ ਵੀ ਰੈਫਰੈਂਸ ਹੋ ਸਕਦਾ ਹੈ। ਸਸਤੀ ਜਿਵੇਂ ਥਲਾਂ ਚ ਮਰ ਗਈ ਸੀ ਇਸ਼ਕ ਦੇ ਵਿੱਚ। ਨਹੀਂ, ਤੋਸੀਆਂ ਇਸ਼ਕ ਦੇ ਥਲਾਂ ਦਾ ਇਸ਼ਾਰਾ ਤੇ ਸੱਸੀ ਵੱਲ ਹੋ ਸਕਦਾ ਹੈ, ਲੇਕਿਨ ਤੋਸੀਆਂ ਦਾ ਮਤਲਬ ਜਿਹੜਾ ਹੈ ਉਹ ਤੇ ਆਪਣੀ ਥਾਂ ਤੇ ਹੈ ਨਾ। ਠੀਕ ਹੈ, ਠੀਕ। ਚਲੋ ਜੀ ਅਗਲਾ ਕਿੰਨੇ ਪੜਨਾ? ਜੀ ਮੈਂ ਪੜ੍ਹਨੀ ਆ 533। ਹਾਂਜੀ। ਭਾਬੀ ਦਸ ਖਾਂ ਅਸੀਂ ਝੂਠ, ਭਾਬੀ ਦਸ ਖਾਂ ਜੇ ਝੂਠ ਬੋਲਾਂ, ਭਾਬੀ ਦਸ ਖਾਂ ਅਸੀਂ ਜੇ ਝੂਠ ਬੋਲਾਂ, ਤੇਰੀ ਇਹੋ ਜੀ ਕੱਲ ਡੋਲ ਸੀ ਨੀ। ਬਾਗੂ ਥਰ ਕਦੀ ਘਰ ਕਦੀ ਆਨ ਪਈ, ਇਹ 10 ਖੇੜਿਆਂ ਦਾ ਤੈਨੂੰ ਹੌਲ ਸੀ ਨੀ। ਅੱਜ ਘੋੜੀ ਤੇਰੀ ਨੂੰ ਆਰਾਮ ਆਇਆ, ਜਿਹੜੀ ਨਿਤ ਕਰਦੀ ਪਈ ਔਲ ਸੀ ਨੀ। ਬੂਟਾ ਸਖਨਾ ਅੱਜ ਕਰਾ ਆਈਏ, ਕਿਸੇ ਤੋੜ ਲਿਆ ਜਿਹੜਾ ਮੋਲ ਸੀ ਨੀ। ਭਾਬੀ ਦਸ ਖਾਂ ਅਸੀਂ ਜੇ ਝੂਠ ਬੋਲਾਂ, ਤੇਰੀ ਇਹੋ ਜਿਹੀ ਕੱਲ ਡੋਲ ਸੀ। ਮਤਲਬ ਅਸੀਂ ਤੂੰ ਆਪੇ ਹੀ ਦੱਸ ਕਿ ਜੇ ਅਸੀਂ ਝੂਠ ਬੋਲਨੀ ਆ ਤੇ ਤੂੰ ਇਹ ਦੱਸ ਕਿ ਕੱਲ ਤੇਰੀ ਇਹੋ ਜੀ ਡੋਲ ਸੀ, ਤੇਰੇ ਜਿਸਮ ਦਾ ਇਹੋ ਜਿਹਾ ਸਟਰਕਚਰ ਹੈ ਸੀ ਜਿਹੜਾ ਅੱਜ ਹੈ।
ਬਾਗੋਂ ਥਿਰਕਦੀ ਗਰਕਦੀ ਆਣ ਪਈਏ, ਤੇ ਤੂੰ ਬਾਗ ਤੋਂ ਥਿਰਕਦੀ ਮਤਲਬ ਡਿੱਗਦੀ ਢਹਿੰਦੀ ਡਿੱਗਦੀ ਢਿੰਡੀ ਆ ਗਈ ਹੈ। 10 ਖੇੜਿਆਂ ਦਾ ਤੈਨੂੰ ਹੌਲ ਸੀ ਨਹੀਂ, ਤੈਨੂੰ ਕੋ ਖੇੜਿਆਂ ਦਾ ਕੋਈ ਖੌਫ ਸੀਗਾ। ਅੱਜ ਘੋੜੀ ਤੇਰੀ ਨੂੰ ਆਰਾਮ ਆਇਆ, ਜਿਹੜੀ ਨਿੱਤ ਕਰਦੀ ਪਈ ਔਲ ਸੀ ਨਹੀਂ। ਔਲ ਕਰਨਾ ਹੁੰਦਾ ਟੂ a tingling feeling to yearn something। ਬੇਚੈਨੀ ਬੇਚੈਨੀ ਨਹੀਂ ਐਗਜ਼ੈਕਟਲੀ, ਖਾਸ ਤਰ੍ਹਾਂ ਦੀ ਬੇਚੈਨੀ। ਬੇਕਰਾਰੀ ਹਾਂ, ਬੇਕਰਾਰੀ ਕਹਿ ਸਕਦੇ ਹੋ ਤੁਸੀਂ। ਬੂਟਾ ਸਖਣਾ ਅੱਜ ਕਰਾ ਆਈਏ, ਆਪਣਾ ਜਿਹੜਾ ਤੇਰਾ ਬੂਟਾ ਸੀ ਉਹਨੂੰ ਤੇ ਅੱਜ ਖਾਲੀ ਕਰਵਾ ਆਈਏ। ਕਿਸੇ ਤੋੜ ਲਿਆ ਜਿਹੜਾ ਮੂਲ ਸੀ ਨਹੀਂ। ਤੇ ਮੂਲ ਦਾ ਮਤਲਬ ਹੈ ਅਸਲੀ ਚੀਜ਼, ਜਿਹੜਾ ਉਹਦਾ ਮਤਲਬ ਫਲ ਸਮਝ ਲਓ ਕਿ ਜਿਹੜਾ ਅਸਲੀ ਫਲ ਸੀ ਤੇਰੇ ਬੂਟੇ ਦਾ, ਉਹ ਅੱਜ ਕਿਸੇ ਨੇ ਤੋੜ ਲਿਆ। ਚਲੋ ਜੀ ਅੱਗੇ। ਹਾਂਜੀ, ਮੈਂ ਪੜ੍ਹ ਦਿੰਦਾ ਜੀ। ਰਾਹ ਜਾਂਦੀ ਮੈਂ ਝੋਟੇ ਨੇ ਢਾਹ ਲੀਤੀ, ਸਾਨੂੰ ਥੁੱਲ ਕਥੁੱਲ ਕੇ ਮਾਰਿਆ ਨੀ। ਹੰਭੂ ਕੰਭੂ ਵਗਾਏ ਕੇ ਭੰਨ ਚੂੜਾ, ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ। ਡਾਢਾ ਮਾੜਿਆਂ ਨੂੰ ਢਾਹ ਮਾਰ ਕਰਦਾ, ਜ਼ੋਰਾ ਵਰਾਂ ਅੱਗੇ ਅੰਤ ਹਾਰੀਆਂ ਨੀ। ਨਸ ਚੱਲੀ ਸਾਂ ਉਸ ਨੂੰ ਵੇਖ ਕੇ ਮੈਂ, ਜਿਵੇਂ ਦੁੱਲੜੇ ਤੋਂ ਜਾਣ ਕਵਾਰੀਆਂ ਨੀ। ਸੀਨਾ ਫੇ ਕੇ ਪੰਸਿਓ ਪਾਸਿਆਂ ਨੂੰ, ਦੋਹਾਂ ਸਿੰਘਾਂ ਉੱਤੇ ਚਾਏ ਚਾੜੀਆਂ ਨੀ। ਰੜੇ ਢਾਏ ਕੇ ਖਾਈ ਪਟਾਕ ਮਾਰੀ, ਛੀਂ ਢਾ ਲੈਂਦੇ ਜਿਵੇਂ ਪਾੜੀਆਂ ਨੀ। ਮੇਰੇ ਕਰਮ ਸਨ ਆਣ ਮਲੰਗ ਮਿਲਿਆ, ਜਿਸ ਜੀਵਦੀ ਪਿੰਡ ਵਿੱਚ ਵਾੜੀਆਂ ਨੀ। ਵਾਰਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ, ਹੀਰੇ ਹਰਨ ਮੈਂ ਤਤੜੀ ਦਾੜੀਆਂ ਨੀ। ਹਾਂਜੀ, ਰਾਹ ਜਾਂਦੀ ਮੈਂ ਝੋਟੀ ਨੇ ਢਾਹ ਲਿੱਤੀ, ਜਾਂ ਝੋਟੇ ਨੇ ਢਾਹ ਲਿੱਤੀ। ਬਫਲੋ ਨੇ ਜਾਂ ਫੀਮੇਲ ਬਫਲੋ ਨੇ। ਸਾਨ ਥਲ ਕੁਥਲ ਕੇ ਮਾਰੀਆਂ ਨੀ। ਸਾਨ ਮਤਲਬ ਉਹ ਜਿਹੜਾ ਮੇਲ ਬਫਲੋ ਸੀ, ਉਹਨੇ ਮੈਨੂੰ ਉੱਪਰ ਹੇਠਾਂ ਕਰਕੇ ਮਾਰਿਆ। ਹੱਬੋਂ ਕੱਬੋਂ ਗਵਾਈ ਕੇ ਭਨ ਚੂੜਾ, ਮਤਲਬ ਇਹਨਾਂ ਹੱਬੋਂ ਕੱਬੋਂ ਇਸ ਤਰ੍ਹਾਂ ਦੀਆਂ ਹਰਕਤਾਂ ਵਿੱਚ, ਇਸ ਤਰ੍ਹਾਂ ਦੀਆਂ ਕਰਨੀਆਂ ਵਿੱਚ, ਗਵਾਈ ਕੇ ਭਨ ਚੂੜਾ, ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨਹੀਂ। ਇਹ ਕਹਿ ਬਣਾ ਰਹੀ ਹੈ ਨਾ, ਕਹਾਣੀ ਬਣਾ ਰਹੀ ਹੈ। ਡਾਢਾ ਮਾੜਿਆਂ ਨੂੰ ਢਾਹ ਮਾਰ ਕਰਦਾ। ਢਾਹ ਹੁੰਦਾ ਹੈ ਕਿਸੇ ਚੀਜ਼ ਦਾ ਡਿਮਿਨਿਸ਼ਿੰਗ ਦਾ ਅਮਲ। ਮਿਸਾਲ ਦੇ ਤੌਰ ਤੇ ਜਿਹੜਾ ਇਹ ਜ਼ਿਆਦਾਤਰ ਪਾਣੀਆਂ ਦੇ ਬਾਰੇ ਚ, ਪਾਣੀਆਂ ਨਾਲ ਰਿਲੇਟਡ ਇਹਨੂੰ, ਇਸ ਲਫ਼ਜ਼ ਨੂੰ ਵਰਤਿਆ ਜਾਂਦਾ ਹੈ ਕਿ ਦਰਿਆ ਨੇ ਢਾਹ ਲਾਈ ਹੋਈ ਹੈ। ਢਾਹ ਲਾਈ ਹੋਈ ਦਾ ਮਤਲਬ ਹੈ ਕਿ ਕਿਸੇ ਇੱਕ ਕੰਢੇ ਤੋਂ ਉਹ ਉਸ ਨੂੰ ਖੋਰ ਕੇ ਅੱਗੇ ਵੱਧਦਾ ਜਾ ਰਿਹਾ ਆਪਣੀ ਪਾਠ ਵਿੱਚ। ਉਹ ਢਾਹ ਲਾਉਣਾ ਹੁੰਦਾ ਹੈ। ਢਾਣਾ ਕਿਸੇ ਚੀਜ਼ ਨੂੰ ਤੋੜਨਾ ਵੀ ਤੇ ਹੁੰਦਾ ਨਾ। ਕਿਸੇ ਢਾਹ ਦਿੱਤੀ, ਢੇਰੀ ਢਾਹ ਦਿੱਤੀ। ਨਹੀਂ, ਢਾਹ, ਹਾਂ, ਉਹ ਦਰਿਆ ਵੀ ਉਹੀ ਕਰਦਾ ਹੈ ਨਾ, ਢਾਹ ਲਾਉਂਦਾ ਹੈ ਨਾ। ਜਾਂ ਹਾਂ, ਮਤਲਬ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਅਗਰ ਕੋਈ ਬੰਦਾ ਆਪਣੀ ਜਿਹੜੀ ਉਹਦੀ ਅਹਲੀਅਤ ਹੈ ਉਹਦੇ ਵਿੱਚ ਉਹਦੀ ਘੱਟ ਹੁੰਦੀ ਜਾ ਰਹੀ ਹੈ, ਤੇ ਤੁਸੀਂ ਇਹ ਵੀ ਕਹਿ ਸਕਦੇ ਕਿ ਉਹਨੂੰ ਢਾਹ ਲੱਗੀ ਹੋਈ ਹੈ। ਅਗਰ ਤੋਂ ਦੌਲਤ ਘੱਟ ਉਹਦੀ ਹੋ ਰਹੀ ਹੈ, ਗਰੀਬ ਹੁੰਦਾ ਜਾ ਰਿਹਾ, ਤੇ ਕਹੋਗੇ ਉਹਦੀ ਦੌਲਤ ਨੂੰ ਢਾਹ ਲੱਗੀ ਹੈ। ਡਾਕਟਰ ਸਾਹਿਬ
ਅਸੀਂ ਆਮ ਵੀ ਹਾਂਜੀ। ਕਹਿੰਦੇ ਆ ਨਾ, ਤੂੰ ਤੇ ਹਿੰਮਤ ਹੀ ਢਾ ਲਈ ਹੈ। ਹਾਂ, ਉਹ ਵੀ ਢੇਰੀ ਅਸੀਂ ਢਾਹ ਲਈ ਹੈ। ਹਾਂ, ਢੇਰੀ ਢਾ। ਡਾਢਾ ਮਾੜਿਆਂ ਨੂੰ ਢਾਹ ਮਾਰ ਕਰਦਾ। ਇਹ ਜਿਹੜਾ ਮਤਲਬ ਅਮਲ ਹੈ ਡਿਮਿਨਿਸ਼ਿੰਗ ਦਾ, ਇਹ ਮਾੜਿਆਂ ਨੂੰ ਬਹੁਤਾ ਅਸਰ ਕਰਦਾ ਹੈ। ਜ਼ੋਰਾਂ ਵਰਾਂ ਅੱਗੇ ਨਿਤ ਹਾਰ ਅੰਤ ਹਾਰੀਆਂ ਨਹੀਂ। ਤੇ ਇਹ ਬਹੁਤ ਜਿਹੜੇ ਵਧੀਆ ਲਾਈਨ ਹੈ। ਹਾਂ ਕਿ ਜਿਹੜੇ ਤਾਕਤਵਰ ਨੇ ਉਹਨਾਂ ਦੇ ਸਾਹਮਣੇ ਤੁਸੀਂ ਮੇਰੇ ਹਾਰ ਵਗਰੇ ਦੇ ਹੀ ਹਾਰ ਹੀ ਜਾਂਦੀਆਂ ਨੇ। ਹਾਰ ਹੀ ਜਾਂਦੇ ਹੋ ਉਹ ਹਮੇਸ਼ਾ। ਜਿਸ ਤਰ੍ਹਾਂ ਡਾਕਟਰ ਸਾਹਿਬ ਉਹ ਲਿਸੇ ਨਾ ਕੀ लिसे दा की बस मोहम्मद रोना के नस जाना, ਹਾਂ मुझे लाइन याद अशरी पे बिल्कुल वही मतलब है इसना। ਬਿਲकुल लिसे ਉਹੀ। ना की हाँ लिसे ना की बस मोहम्मद, मैं सही तरह पढ़नी नहीं पिया, रोना के मर जाना, रोना के नस जाना। ਆਹੋ ਉਹ ਬਾਰਿਸ਼ਾਂ ਦਾ ਵੀ ਇੱਕ ਕੋਈ ਮਿਸਰਾ ਹੈ ਸੀ ਪਿੱਛੇ। ਡਾਕਟਰ ਸਾਹਿਬ ਸਾਕ ਮਾਰਿਆਂ ਦੇ ਖੋਲਣ ਡਾਡੇ। ਆਹ ਨਹੀਂ, ਇੱਕ ਹੋਰ ਵੀ ਹੈਗਾ ਸੀ ਕਿ ਮਾੜਾ ਡਾਢੇ ਦਾ ਡਾਢਾ ਹੁੰਦਾ ਹੈ ਤੇ ਮਾੜਾ ਜਿਹੜਾ ਹੈ ਉਹ ਬਸ ਰੋਂਦਾ ਹੀ ਹੈ। हाँ जी, ऐसे बनता है डॉक्टर साहब। ਨਸ ਚਲੀ ਸਾਂ ਉਸ ਨੂੰ ਵੇਖ ਕੇ ਮੈਂ ਜਿਵੇਂ ਬੱਲੜੇ ਤੋਂ ਜਾਣ ਪਾਰੀਆਂ ਨਹੀਂ। ਮੈਂ डॉक्टर ਉਹਦੇ साहब दुलड़ा नहीं होएगा? ਦੁਲੜੇ ਤੋਂ ਦੁਲੜੇ ਤੋਂ। ਹਾਂਜੀ। ਅੱਛਾ, ਹਾਂ ਦੁਲੜੇ ਵੀ ਹੋ ਸਕਦਾ। दाल है डॉक्टर साहब, जान कुवारियां जिवें दूल्हे को ਅੱਛਾ, नस। ਮੇਰੇ ਕੋਲੋਂ ਮੈਨੂੰ ਐਨ ਕੋਈ ਚੰਗੀ ਤਰ੍ਹਾਂ ਪੜ੍ਹੇ ਨਹੀਂ ਜਾਂਦਾ। ਨਸ ਚਲੀ ਸਾਂ ਉਸ ਨੂੰ ਵੇਖ ਕੇ ਮੈਂ ਜਿਵੇਂ ਦੁਲੜੇ ਤੋਂ ਜਾਣ ਪਾਰੀ। ਦੁਲੜਾ ਵੈਸੇ ਜਿਹੜਾ ਉਹ ਹੁੰਦਾ ਹੈ ਜਿਹੜਾ ਕੋਈ ਕੰਮਕਾਰ ਨਹੀਂ ਕਰਦਾ। ਤੇ ਜਿਵੇਂ ਕੁਆਰੀਆਂ ਇਹੋ ਜਿਹੇ ਬੰਦੇ ਦੇ ਨਾਲ ਯਾਰੀ ਨਹੀਂ ਲਾਉਂਦੀਆਂ, ਇਸੇ ਤਰ੍ਹਾਂ ਮੈਂ ਵੀ ਨਸ ਚਲੀ। ਸੀਨਾ ਫੇ ਕੇ ਭੰਨਿਓ ਪਾਸਿਆਂ ਨੂੰ, ਉਹਨੇ ਮੇਰਾ ਸੀਨਾ ਜਿਹੜਾ ਉਹ ਕ੍ਰਸ਼ ਕਰ ਦਿੱਤਾ ਤੇ ਪਾਸਿਆਂ ਨੂੰ ਸਾਈਡਸ ਨੂੰ ਉਹਨੇ ਭੰਨਿਆ। ਦੋਹਾਂ ਸਿੰਘਾਂ ਉੱਤੇ ਚਾੜੀਆਂ ਨਹੀਂ ਤੇ ਆਪਣੇ ਦੋਹਾਂ ਸਿੰਘਾਂ ਉੱਤੇ ਉਹਨੇ ਮੈਨੂੰ ਚੁੱਕ ਲਿਆ। ਰੜੇ ਢਾਈ ਕੇ ਖਾਏ ਬਤਾਕ ਮੇਰੀ ਪਟਾਕ ਮਾਰੀ, ਪਟਾਕ ਹਾਂਜੀ। ਮਾਰੀ, ਪਟਾਕ ਮਾਰੀ। ਰੜੇ ਢਾਈ ਕੇ ਰੜੇ ਢਾਈ ਕੇ ਖਾਏ ਪਟਾਕ ਮਾਰੀ। ਪਟਾਕ ਕਰਕੇ ਮਤਲਬ ਮੈਨੂੰ ਰੜੇ ਚ ਉਹਨੇ ਢਾ ਲਿਆ ਤੇ ਉਹਨੇ ਪਟਾਕ ਮੈਨੂੰ ਮਾਰਿਆ ਜ਼ਮੀਨ ਤੇ। ਸ਼ੀਂ ਢਾ ਲੈਂਦੇ ਜਿਵੇਂ ਪਹਾੜੀਆਂ ਨੇ। ਸ਼ੀਂ ਜਿਵੇਂ ਆਪਣਾ ਜਿਹੜੇ ਸ਼ੇਰ ਨੇ ਉਹ ਜਿਵੇਂ ਭੇਡਾਂ ਨੂੰ ਢਾ ਲੈਂਦੇ ਨੇ, ਇੰਜੀ ਉਹਨੇ ਵੀ ਕੀਤਾ ਮੇਰੇ ਨਾਲ। ਮੇਰੇ ਕਰਮ ਸਣ ਆਣ ਮਲੰਗ ਮਿਲਿਆ, ਜਿਸ ਜਿਉਂ ਦੀ ਪਿੰਡ ਵਿੱਚ ਬਾੜੀਆਂ ਨਹੀਂ। ਇਹ ਤਾਂ ਸਾਫ਼ ਹੀ ਹੈ। ਵਾਰਿਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ, ਢੇੜੀ ਹਰਨ ਮੈਂ ਤਤੜੀ ਵਾੜੀਆਂ ਨਹੀਂ। ਆਪਣਾ ਵਾਰਿਸ ਸ਼ਾਹ ਇਹ ਨਵੀਂ ਗੱਲ ਸੁਣੋ, ਢੇੜੀ ਹਿਰਨ ਮੈਂ ਉਹ ਹਿਰਨ ਸਾਂ ਜਿਹੜੀ ਸ਼ਿਕਾਰਨ ਸੀ। ਮੈਂ ਸ਼ਿਕਾਰ ਕਰਦੀ ਸਾਂ। ਮੈਂ ਤਤੜੀ ਵਾੜੀਆਂ ਨਹੀਂ ਤੇ ਮੇਰੇ ਉੱਤੇ ਹੀ ਹਮਲਾ ਹੋ ਗਿਆ। मैं वो शिकारा कि जिद ते हमला हो गया। डॉक्टर साहब ये हेरी लफ्ज का क्या मतलब होया कि मैं शिकार मैं वार करनी सी? एड़े दा मैं शिकारी हुंदा ना। अच्छा, ते हेड़ी शिकारन। ठीक। बाबी सान तेरे पिछे धरों आया हिलिया होया कदीम दा मारदाई। तू भी वोटरी पुत सरदार दे दी, उस दुध पीता सरकार दाई। सान लटकता बाग विच हो कमला, हीरी नित पुकारदाई। तेरे नाल ओ लाड प्यार करदा, होर किसे नू मूल ना मारदाई। परवाह हिल्ट बुरी हिलाया ई, पानी पियों दा तेरे निसार दाई।
ਤੂੰ ਵੀ ਜੰਗ ਸਿਆਲਾਂ ਦੀ ਮੂੰਹੀ ਹੈ, ਤੈਨੂੰ ਆਏ ਮਿਲਿਆ ਹਰਨ ਵਾਰਦਾ ਈ। ਵਾਰਿਸ਼ਾ ਮੀਆਂ ਸੱਚ ਝੂਠ ਵਿੱਚੋਂ ਪਨ ਕੱਢਦਾ ਉੱਤੇ ਨਤਾਰਦਾ ਈ। ਭਾਬੀ ਸਾਨ ਤੇਰੇ ਪਿੱਛੋਂ ਧੁਰੋਂ ਆਇਆ ਸਾਨ ਤੇ ਹੁਣ ਤੁਹਾਨੂੰ ਪਤਾ ਕੀ ਹੁੰਦਾ ਹੈ। ਖਿਲਿਆ ਹੋਇਆ ਕਦੀਮ ਦਾ ਮਾਰਦਾ ਹੀ। ਉਹਨੂੰ ਆਦਤ ਪਈ ਹੈ ਬਹੁਤ ਪਹਿਲੇ ਤੋਂ, ਇਸ ਵਾਸਤੇ ਉਹ ਮਾਰਦਾ ਹੈ। ਤੂੰ ਵੀ ਵੋਟਰੀ ਪੁੱਤ ਸਰਦਾਰ ਦੇ ਦੀ, ਉਸ ਵੀ ਦੁੱਧ ਪੀਤਾ ਸਰਕਾਰ ਦਾ ਹੀ। ਤੂੰ ਹੀ ਸਰਦਾਰ ਦੇ ਪੁੱਤ ਦੀ ਵੋਟੀ ਹੈ ਤੇ ਉਹਨੇ ਵੀ ਸਰਕਾਰ ਯਾਨੀ ਹਕੂਮਤ ਦਾ, ਉਹ ਵੀ ਹਕੂਮਤ ਕਰ ਚੁੱਕਿਆ ਹੈ। ਉਹ ਦੁੱਧ ਪੀਤਾ ਸਰਕਾਰ ਦਾ ਹੀ। ਸਾਨ ਲਟਕਦਾ ਬਾਗ ਵਿੱਚ ਹੋ ਕਮਲਾ, ਕਮਲਿਆਂ ਵਾਂਗਰ ਉਹ ਸਾਨ ਬਣ ਕੇ ਬਾਗ ਵਿੱਚ ਫਿਰਦਾ। ਹੀਰ ਹੀਰ ਹੀ ਨਿਤ ਪੁਕਾਰਦਾ ਹੀ। ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ। ਤੇਰੇ ਨਾਲ ਮਤਲਬ ਉਹ ਤੇਰੇ ਨਾਲ ਉਹ ਜਿਹੜੀ ਹੈ ਲਾਡੀਆਂ ਕਰਦਾ ਹੈ। ਹੋਰ ਕਿਸੇ ਨੂੰ ਮੂਲ ਨਾ ਮਾਰਦਾ ਹੀ, ਹੋਰ ਕਿਸੇ ਨੂੰ ਹੱਥ ਨਹੀਂ ਲਾਉਂਦਾ। ਹੈਲਤ ਉਹ ਪਰ ਬੁਰੀ ਹਲਾਇਆ ਹੀ, ਉਹਨੂੰ ਭੈੜੀ, ਹੈਲਤ ਦਾ ਮਤਲਬ ਆਦਤ, ਉਹਨੂੰ ਬੁਰੀ ਆਦਤ ਇਹ ਹੁਣ ਪੈ ਗਈ ਹੈ। ਪਾਣੀ ਪੀਣ ਦਾ ਤੇਰੀ ਨਿਸਾਰ ਦਾ ਹੀ, ਉਹ ਤੇਰੀ ਨਿਸਾਰ ਦਾ ਹੀ ਪਾਣੀ ਪੀਂਦਾ, ਉਹ ਕਿਤੋਂ ਨਹੀਂ ਪੀਂਦਾ। ਨਿਸਾਰ ਹੁੰਦੀ ਹੈ ਜਿਹੜੇ ਇਹ ਖੂਹ ਹੁੰਦੇ ਨੇ ਨਾ, ਜਿਨ੍ਹਾਂ ਨਾਲ ਪਾਣੀ ਫਸਲਾਂ ਨੂੰ ਦਿੱਤਾ ਜਾਂਦਾ ਹੈ, ਉਹਨਾਂ ਵਿੱਚ ਜਦੋਂ ਉਹ ਜਿਹੜੀ ਨਾਲੀ ਜਿਹੜੀ ਹੈ ਜਿਹਦੇ ਥਾਣੀ ਪਾਣੀ ਖੂਹ ਤੋਂ ਟਿੰਡਾਂ ਤੋਂ ਅੱਗੇ ਜਾਂਦਾ ਹੈ, ਉਹਨੂੰ ਨਿਸਾਰ ਕਹਿੰਦੇ ਨੇ। ਪਾਣੀ ਪੀਣ ਦਾ ਤੇਰੀ ਨਿਸਾਰ ਦਾ ਹੀ, ਤੂੰ ਵੀ ਜੰਗ ਸਿਆਲਾਂ ਦੀ ਮੋਹਣੀ ਹੈ। ਤੂੰ ਹੀ ਆਪਣਾ ਝੰਗ ਸਿਆਲਾਂ ਦੀ ਬੜੀ ਸੋਹਣੀ ਤੇ ਮਨਮੋਹਣੀ ਹੈ। ਤੈਨੂੰ ਆਣ ਮਿਲਿਆ ਹਿਰਨ ਬਾੜ ਦਾ ਹੀ, ਤੇ ਤੈਨੂੰ ਬਾੜ ਦਾ ਹਿਰਨ ਆ ਕੇ ਮਿਲ ਗਿਆ। ਬਾਰਿਸ਼ਾ ਮੀਆਂ ਸੱਚ ਝੂਠ ਵਿੱਚੋਂ ਪੁੰਨ ਕੱਢਦਾ ਅਤੇ ਨਤਾੜਦਾ ਹੀ। ਬਾਰਿਸ਼ਾ ਮੀਆਂ ਉਹ ਸੱਚ ਝੂਠ ਵਿੱਚੋਂ ਪੁੰਨ ਕੱਢਦਾ, ਉਹਨੂੰ ਐਨਾਲਾਈਜ਼ ਕਰਦਾ ਹੈ। ਪੁੰਨ ਦਾ ਮਤਲਬ ਹੈ ਉਹਨੂੰ ਐਨਾਲਾਈਜ਼ ਕਰਨਾ। ਕੱਢਦਾ ਅਤੇ ਨਤਾੜਦਾ ਹੀ, ਤੇ ਉਹਨੂੰ ਕੀ ਕਹਿੰਦੇ ਨੇ, ਟ੍ਰਾਂਸਪੇਰੈਂਟ ਬਣਾਉਂਦਾ ਹੈ। ਡਾਕਟਰ ਸਾਹਿਬ ਇਹ ਪੁੰਨ ਉਹ ਵਾਲਾ ਤੇ ਨਹੀਂ, ਪਾਪ ਤੇ ਪੁੰਨੇ ਵਾਲਾ ਪੁੰਨ, ਇਹ ਉਹ ਤੇ ਨਹੀਂ ਕਿ ਵਿੱਚੋਂ ਅੱਛੀ ਚੀਜ਼ ਕੱਢੀ ਕੀਤੀ ਸੱਚ ਝੂਠ ਝੂਠ? ਨਹੀਂ 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 ਨਹੀਂ, ਇਹ ਪੁੰਨ ਉਹ ਹੈ, ਮਿਸਾਲ ਦੇ ਤੌਰ ਤੇ ਮੀਆਂ ਮੁਹੰਮਦ ਨੇ ਇਹਨੂੰ ਐਵੇਂ ਵਰਤਿਆ ਹੈ। ਅਵਲ ਤੇ ਕਿਸੇ ਸ਼ੌਕ ਨਾ ਜ਼ਰਾ, ਕੌਣ ਕਿੱਸਾ ਅੱਜ ਸੁਣਦਾ। ਜੇ ਸੁਣਸੀ ਤਾਂ ਉਤਲਾ ਕਿੱਸਾ, ਰਮਜ਼ਾਂ ਕੋਈ ਨਾ ਪੁਣਦਾ। ਸਮਝਿਓ ਕਿ ਰਮਜ਼ਾਂ ਦਾ, ਠੀਕ, ਰਮਜ਼ਾਂ ਦੇ ਪੇਜ ਕੋਈ ਨਹੀਂ ਬੋਲਦਾ। ਹਾਂ ਪੁੰਨਾ ਉਹ ਵਾਲਾ ਪੁੰਨਾ। ਇਹਨੂੰ ਜਿਹੜਾ ਮੈਂ ਇਹ ਕਹਿਣਾ ਹੁੰਦਾ ਹੈ ਕਿ ਮੀਆਂ ਸਾਹਿਬ ਨੇ ਜਿਹੜਾ ਇਸ ਮਿਸਰੇ ਚ ਕਿਹਾ ਨਾ, ਰਮਜ਼ਾਂ ਕੋਈ ਨਾ ਪੁਣਦਾ, ਇਹ ਬੜਾ ਅੱਛਾ ਤਰਜਮਾ ਹੈਗਾ ਲਿਟਰੇਰੀ ਕ੍ਰਿਟਿਸਿਜ਼ਮ ਦੇ ਲਫ਼ਜ਼ ਦਾ। ਸਹੀ ਆਖਦੇ ਹੋ। ਜਿੱਦਾਂ ਆਪਾਂ ਆਮ ਲੈਂਗੁਏਜ ਕਹਿੰਦੇ ਨਾ, ਪੁੰਨ ਲਓ, ਚਾਹ ਨੂੰ ਪੁੰਨ ਲਓ, ਪਤੀਲਾ ਕਰ ਲਓ ਤੇ ਥੱਲੇ ਚਾਹ ਆ ਜਾਂਦੀ, ਉਹ ਪੁੰਨਣਾ ਹੈ। ਪਰ ਡਾਕਟਰ ਸਾਹਿਬ ਰਮਜ਼ਾਂ ਕਿਸ ਤਰ੍ਹਾਂ ਕੋਈ ਪੁੰਨ ਹੈ? ਇਹ ਵੀ ਤਾਂ ਗੱਲ ਸਹੀ ਹੈ। ਤੁਸੀਂ ਫਿਰ ਲਿਟਰੇਰੀ ਕ੍ਰਿਟਿਸਿਜ਼ਮ ਵਾਲੀ ਜਿਹੜੀ ਗੱਲ ਕਰਨੇ ਪਏ, ਬਿਲਕੁਲ ਠੀਕ ਕਰਨੇ ਪਏ। ਬਿਲਕੁਲ, ਮਤਲਬ ਇਹ ਹੈ ਕਿ ਰਮਜ਼ ਦਾ ਇਸ਼ਾਰਾ ਕੀ ਹੈ? ਆਹੋ, ਮਤਲਬ ਇਹ ਹੈ ਕਿ ਜਿਹੜਾ ਲੋਕੀ ਜਿਹੜੇ ਨੇ ਉਹ ਸਿਰਫ ਉਤਲਾ ਕਿੱਸਾ ਸੁਣ ਲੈਂਦੇ ਨੇ, ਲੇਕਿਨ ਉਸ ਕਿੱਸੇ ਵਿੱਚ ਜਿਹੜੀ ਅਸਲ ਰਮਜ਼ ਹੁੰਦੀ ਹੈ ਉਹਨੂੰ ਕੋਈ ਨਹੀਂ ਪਾਉਂਦਾ, ਉਹਨੂੰ ਕੋਈ ਨਿਖੇੜਦਾ ਨਹੀਂ ਹੈ। ਜਿਵੇਂ ਅਸੀਂ ਹੁਣ ਇਹ ਪੜ੍ਹ ਰਹੇ ਹਾਂ ਇਹ ਸਾਰਾ ਬਿਆਨ, ਤੇ ਇਹਦੇ ਵਿੱਚ ਇੱਕ ਤੇ ਅਸੀਂ
ਸਿਰਫ ਕਿਸੇ ਦਾ ਉਤਲਾ ਉੱਤੋਂ ਪੜ੍ਹੀਏ। ਦੂਜੇ ਇਹ ਹੈ ਕਿ ਅਸੀਂ ਇਹਨੂੰ ਪੁਣੀਏ ਔਰ ਵੇਖੀਏ ਇਹਦੇ ਚ ਹੋ ਕੀ ਰਿਹਾ ਹੈ। ਚਲੋ ਜੀ ਅੱਗੇ ਕਿਹਨੇ ਪੜ੍ਹਨਾ ਹੈ? ਸਹੀ ਸਾਹਿਬ ਤੁਹਾਡੀ ਵਾਰੀ ਆ ਗਈ। ਜੀ ਡਾਕਟਰ। ਅਨੀ ਭਰੋ ਮੁੱਠੀ ਉਹ ਮੁੱਠੀ ਕੁੱਠੀ, ਸੌਰੀ, ਅਨੀ ਭਰੋ ਮੁੱਠੀ ਉਹ ਮੁੱਠੀ ਕੁੱਠੀ ਬਿਰੋ ਨੇ ਢਿੱਡ ਵਿੱਚ ਫੂਲ ਹੋਇਆ। ਲਹਿਰ ਪੇਡੂਓਂ ਉੱਠ ਕੇ ਪਵੇ ਸੀਨੇ, ਮੇਰੇ ਜੀਵ ਦੇ ਵਿੱਚ ਡੰਡੋਲ ਹੋਇਆ। ਤਲਬ ਡੁੱਬ ਗਈ ਸਰਕਾਰ ਮੇਰੀ, ਮੈਨੂੰ ਇੱਕ ਨਾ ਦਾਮ ਵਸੂਲ ਹੋਇਆ। ਲੋਕ ਨਫੇ ਦੇ ਵਾਸਤੇ ਲੈਣ ਤਰਲੇ, ਮੇਰਾ ਸਨੇ ਵਹੀ ਚੋੜ ਮੂਲ ਹੋਇਆ। ਅੰਬ ਸੀਂਚ ਕੇ ਦੁੱਧ ਦੇ ਨਾਲ ਪਾਲੇ, ਪਾ ਤੱਤੀ ਦੇ ਅੰਤ ਬਬੂਲ ਹੋਇਆ। ਖੇੜਿਆਂ ਵਿੱਚ ਨਾ ਪਰਚਦਾ ਜੀਵ ਮੇਰਾ, ਸ਼ਾਹਦ ਹਾਲ ਦਾ ਰੱਬ ਵਸੂਲ ਹੋਇਆ। ਬਹੁਤ ਅੱਛੇ, ਬਿਊਟੀਫੁਲ। ਅਨੀ ਇਹ ਹੈਗਾ ਅਨੀ ਭੈੜੋ ਮੱਥੀ ਉਹ ਮੁੱਠੀ ਕੁੱਠੀ। ਭੈੜੋ ਮੱਥੀ ਜਿਹੜੀ ਜਿਹਦੇ ਨਸੀਬ ਜਿਹੜੇ ਨੇ ਉਹ ਭੈੜੇ ਹੋਣ, ਮੱਥੇ ਤੇ ਜਿਹਦੇ ਨਸੀਬ ਲਿਖੇ ਹੁੰਦੇ ਨਾ, ਭੈੜਾ ਮੱਥਾ ਹੈ ਮਤਲਬ ਭੈੜੇ ਨਸੀਬ ਨੇ। ਮੁੱਠੀ ਕੁੱਠੀ ਮਤਲਬ ਮੈਂ ਕੀ ਕਹਿੰਦੇ ਨੇ ਬਰਬਾਦ ਹੋ ਗਈ ਹੈ। ਬਿਰਹੋਂ ਦਾ ਮਤਲਬ ਤਾਂ ਜਿਹੜਾ ਤੁਹਾਨੂੰ ਪਤਾ ਹੀ ਹੈ। ਤੇ ਢਿੱਡ ਵਿੱਚ ਸੂਲ ਹੋਇਆ, ਪੀੜ ਹੋਈ ਢਿੱਡ ਵਿੱਚ ਬਹੁਤ ਵੱਡੀ। ਲਹਿਰ ਪੈਡੂਓਂ ਉੱਠ ਕੇ ਪਵੇ ਸੀਨੇ, ਪੈਡੋਂ ਦੇ ਇਲਾਕੇ ਦੇ ਵਿੱਚੋਂ ਨਿਕਲ ਕੇ ਤੇ ਮੇਰੇ ਸੀਨੇ ਵੱਲ ਉਹ ਪੀੜ ਜਾਂਦੀ ਹੈ। ਮੇਰੇ ਜੀਵ ਦੇ ਵਿੱਚ ਡੰਡੋਲ ਹੋਇਆ ਤੇ ਮੇਰੇ ਜੀ ਦੇ ਵਿੱਚ ਇਹ ਬਰਬਾਦੀ ਹੋਈ ਜਾਂ ਜੋ ਵੀ। ਤਲਬ ਡੁੱਬ ਗਈ ਸਰਕਾਰ ਮੇਰੀ, ਸਰਕਾਰ ਦਾ ਮਤਲਬ ਹੈ ਮੇਰੀ ਤਨਖਾਹ ਜਿਹੜੀ ਮੈਨੂੰ ਮਿਲਦੀ ਸੀ। ਤਲਬ ਡੁੱਬ ਗਈ ਸਰਕਾਰ ਮੇਰੀ ਮਤਲਬ ਮੇਰੀ ਤਨਖਾਹ ਜਿਹੜੀ ਹੈ ਉਹ ਮੁੱਕ ਗਈ। ਮੈਨੂੰ ਇੱਕ ਨਾ ਉਸ ਦੀ ਤਲਬ ਮੁੱਕ ਗਈ ਕਿ ਤਨਖਾਹ ਮੁੱਕ ਗਈ? ਉਸ ਦੀ ਚਾਹਤ ਮੁੱਕ ਗਈ? ਨਹੀਂ, ਤਲਬ ਡੁੱਬ ਗਈ ਸਰਕਾਰ ਮੇਰੀ ਮਤਲਬ ਮੈਂ ਜਿਹੜੀ ਡਿਮਾਂਡ ਕਰਦੀ ਸਾਂ ਸਰਕਾਰ ਜਿਹੜੀ ਆਪਣੀ ਤਨਖਾਹ ਉਹ ਡੁੱਬ ਗਈ ਹੈ। ਕਿਉਂਕਿ ਅੱਗੇ ਦੇਖੋ ਨਾ, ਮੈਨੂੰ ਇੱਕ ਨਾ ਦਾਮ ਵਸੂਲ ਹੋਇਆ, ਮੈਨੂੰ ਇੱਕ ਰੁਪਈਆ ਵੀ ਨਹੀਂ ਮਿਲਿਆ। ਲੋਕ ਨਫੇ ਦੇ ਵਾਸਤੇ ਲੈਣ ਤਰਲੇ, ਮੇਰਾ ਸਣੇ ਪੂੰਜੀ ਚੌੜ ਮੂਲ ਹੋਇਆ। ਲੋਕੀ ਤੇ ਨਫੇ ਦੇ ਵਾਸਤੇ ਤਰਲੇ ਲੈਂਦੇ ਨੇ ਤੇ ਮੇਰੀ ਤੇ ਜਿਹੜੀ ਪੂੰਜੀ ਸੀ, ਜਿਹੜੀ ਮੈਂ ਪੈਸਾ ਲਾਇਆ ਸੀ ਜਾਂ ਜੋ ਵੀ ਮੈਂ ਲਾਇਆ ਸੀ ਉਹ ਚੌੜ ਮੂਲ ਹੋਇਆ। ਮੂਲ ਦਾ ਵੀ ਮਤਲਬ ਹੈ ਦਾ ਬੇਸਿਕ ਇਨਵੈਸਟਮੈਂਟ। ਸਾਡੇ ਇੱਥੇ ਲਿਖਿਆ ਮੇਰਾ ਸਣੇ ਵਹੀ ਚੌੜ ਮੂਲ ਨਹੀਂ, ਮੇਰਾ ਸਣੇ ਪੂੰਜੀ ਚੌੜ ਮੂਲ ਹੋਇਆ। ਪੂੰਜੀ ਉਹ ਸਰਮਾਇਆ, ਉਹ ਕੈਪੀਟਲ ਹੁੰਦਾ ਹੈ ਜਿਹੜਾ ਟੋਟਲ ਤੁਹਾਡੇ ਕੋਲ ਨੈਟ ਕੈਪੀਟਲ। ਅੰਬ ਬੀਜ ਕੇ ਦੁੱਧ ਦੇ ਨਾਲ ਪਾਲੇ, ਮੈਂ ਅੰਬ ਬੀਜੇ। ਸੀਂਚ ਲਿਖਿਆ ਹੈ ਮੇਰੇ को, ਅੰਬ ਸੀਂਚ ਕੇ ਦੁੱਧ ਦੇ ਨਾਲ ਪਾਲੇ, ਸਹੀ ਕੀ ਹੈ? हाँ सींच है, सींच के। अच्छा, बीज नहीं कर नहीं, सॉरी, अंब ਸਾਡੇ ਕੋਲ ਬੀਜ ਹੀ ਲਿਖਿਆ ਵੈਸੇ। ਦੋਵੇਂ ਠੀਕ ਹੈ, ਮਤਲਬ ਇੱਕ ਹੀ ਹੈ। ਬੀਜ ਕੇ ਦੁੱਧ ਦੇ ਨਾਲ ਪਾਲੇ ਜਾਂ ਸੀਂਚ ਕੇ, ਯਾਨੀ ਉਹਨਾਂ ਨੂੰ ਵਾਟਰ ਕੀ ਕਹਿੰਦੇ ਨੇ, ਉਹਨਾਂ ਨੂੰ ਜਿਹੜਾ ਦਿੱਤਾ ਗਿਆ ਉਹ ਦੁੱਧ ਦਿੱਤਾ ਗਿਆ। ਭਾ ਤੱਤੀ ਦੇ ਅੰਤ ਬਲੂਲ ਹੋਇਆ, ਭਾ ਤੱਤੀ ਦੇ ਮੈਂ ਜਿਹੜੀ ਸੜੀ ਹੋਈ ਹਾਂ ਮੇਰੇ ਹਿੱਸੇ ਦੇ ਵਿੱਚ ਅਖੀਰ ਦੇ ਉੱਤੇ ਕਿੱਕਰ ਹੀ ਆਇਆ। ਬਲੂਲ ਦਾ ਮਤਲਬ ਕਿੱਕਰ। ਬਬੂਲ, ਹਾਂਜੀ, ਕਿੱਕਰ ਦਾ ਦਰਖਤ। ਖੇੜਿਆਂ ਵਿੱਚ ਨਾ ਪਰਚਦਾ ਜੀਵ ਮੇਰਾ ਖੇੜਿਆਂ ਵਿੱਚ ਦਿਲ ਨਹੀਂ ਲੱਗਦਾ। ਮੇਰਾ ਸ਼ਾਹਦ ਹਾਲ ਦਾ ਰੱਬ ਰਸੂਲ ਹੋਇਆ।
ਤੇ ਜਿਹੜੀ ਮੇਰੀ ਹਾਲਤ ਹੈ ਉਹਦੀ ਗਵਾਹੀ ਜਿਹੜੀ ਹੈ ਉਹ ਰੱਬ ਰਸੂਲ ਦੇ ਕੋਲ ਹੈ। ਅੱਗੇ ਮੈਂ ਪੜ੍ਹ ਦਿੰਦੀ ਹਾਂ ਜੀ। ਹਾਂਜੀ। ਭਾਬੀ ਜ਼ੁਲਫ ਗੱਲਾਂ ਉੱਤੇ ਪੇਜ ਖਾਵੇ, ਸਿਰੇ ਲੋੜੇ ਦੇ ਸੁਰਮੇ ਦੀਆਂ ਧਾਰੀਆਂ ਨੀ, ਗੱਲਾਂ ਉੱਤੇ ਪੰਬੀਰੀਆਂ ਉੱਡਦੀਆਂ ਨੇ, ਨੈਣਾ ਸਾਣ ਕਟਾਰੀਆਂ ਚਾੜੀਆਂ ਨੀ, ਤੇਰੇ ਨੈਣਾ ਨੇ ਸ਼ਾਹ ਫਕੀਰ ਕੀਤੇ, ਸਣੇ ਹਾਥੀਆਂ ਫੌਜ ਅਮਾਰੀਆਂ ਨੇ, ਵਾਰਿਸ ਸ਼ਾਹ ਜ਼ੁਲਫਾਂ ਨਾਗ ਨੈਣ ਖੂਨੀ, ਫੌਜਾਂ ਕਤਲ ਉੱਤੇ ਚਾਏ ਚਾੜੀਆਂ ਨੇ। ਹਾਂਜੀ ਇਹ ਤੇ ਮੇਰਾ ਖਿਆਲ ਇਹਦੀ ਤੇ ਕੀ ਭਾਬੀ ਜ਼ੁਲਫ ਗੱਲਾਂ ਉੱਤੇ ਪੇਚ ਖਾਵੇ, ਤੇਰੀ ਜਿਹੜੀ ਵਾਲਾਂ ਦੀ ਜ਼ੁਲਫ ਹੈ ਉਹ ਤੇਰੀਆਂ ਗੱਲਾਂ ਉੱਤੇ ਪੇਚ ਪਾ ਰਹੀ ਹੈ। ਸਿਰੇ ਲੋੜ ਦੇ ਸੁਰਮੇ ਦੀਆਂ ਧਾਰੀਆਂ ਨੇ, ਤੇ ਸੁਰਮੇ ਦੀਆਂ ਧਾਰੀਆਂ ਜਿਹੜੀਆਂ ਉਹ ਤੂਫਾਨੀ ਨੇ, ਗੱਲਾਂ ਉੱਤੇ ਬੰਬੀਰੀਆਂ ਉੱਡਦੀਆਂ ਨੇ। ਪੰਬੀਰੀ ਉਹ ਜਿਹਾ ਛੋਟਾ ਜਿਹਾ ਹੁੰਦਾ ਹੈ ਭੰਵਰਾ, ਤੇਰੀਆਂ ਗੱਲਾਂ ਉੱਤੇ ਭੰਵਰੇ ਜਿਹੜੇ ਨੇ ਉਹ ਉੱਡਦੇ ਨੇ। ਯਾਨੀ ਕਿ ਫੁੱਲਾਂ ਹਾਰ ਸੁਰਖ ਹੋਏ ਨੇ ਤੇ ਬਿਲਕੁਲ ਬਿਲਕੁਲ ਬਿਲਕੁਲ। ਨੈਣਾ ਨੈਣ ਸਾਨ ਕਟਾਰੀਆਂ ਚਾੜੀਆਂ ਨੇ, ਤੇ ਅੱਖਾਂ ਨੂੰ ਤੂੰ ਤਲਵਾਰ ਦੀ ਤਰ੍ਹਾਂ ਤੇਜ਼ ਕੀਤਾ ਹੈ। ਸਾਨ ਕਟਾਰੀਆਂ, ਕਟਾਰੀ ਤਲਵਾਰ ਹੈ ਨਾ, ਜਿਵੇਂ ਤਲਵਾਰ ਨੂੰ ਤੇਜ਼ ਕਰਦੇ ਨੇ ਨਾ ਜੰਗ ਵੰਗ ਤੋਂ ਜਾਣ ਤੋਂ ਪਹਿਲੇ, ਇਵੇਂ ਤੂੰ ਵੀ ਆਪਣੀ ਅੱਖਾਂ ਜਿਹੜੀ ਅੱਖਾਂ ਦੀ ਤਲਵਾਰ ਹੈ ਤੇਰੀ, ਉਹਨੂੰ ਤੂੰ ਤੇਜ਼ ਕੀਤਾ ਹੈ। ਤੇਰੇ ਨੈਣਾ ਨੇ ਸ਼ਾਹ ਫਕੀਰ ਕੀਤੇ, ਸਣੇ ਹਾਥੀਆਂ ਫੌਜ ਅਮਾਰੀਆਂ ਨੀ, ਤੇਰੀਆਂ ਅੱਖਾਂ ਨੇ ਬਾਦਸ਼ਾਹਾਂ ਨੂੰ ਫਕੀਰ ਕਰ ਦਿੱਤਾ ਹੈ, ਔਰ ਉਸ ਹਾਥੀਆਂ ਤੇ ਫੌਜ ਤੇ ਅਮਾਰੀਆਂ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਬਰਬਾਦ ਹੋ ਗਈਆਂ। ਤੇ ਵਾਰਿਸ ਸ਼ਾਹ ਜ਼ੁਲਫਾਂ ਖਾਲ ਨੈਣ ਖੂਨੀ, ਜ਼ੁਲਫਾਂ ਨਾਗ, ਵਾਰਿਸ ਸ਼ਾਹ ਜ਼ੁਲਫਾਂ ਨਾਗ ਨੈਣ ਖੂਨੀ। ਨਹੀਂ, ਮੇਰੇ ਕੋਲ ਹੈ ਵਾਰਿਸ ਸ਼ਾਹ ਜ਼ੁਲਫਾਂ ਖਾਲ ਲਿਖਿਆ ਡਾਕਟਰ ਸਾਹਿਬ, ਤਿਲ ਜਿਹਨੂੰ ਕਹਿੰਦੇ ਨੇ। ਹੈ ਜੀ, ਖਾਲ ਲਿਖਿਆ ਹੈ ਸਾਡੇ ਕੋਲ ਸ਼ਾਮ ਵਿੱਚ। ਆਹੋ ਖਾਲ ਲਿਖਿਆ ਹੈ। ਵਾਰਿਸ ਸ਼ਾਹ ਜ਼ੁਲਫਾਂ ਖਾਲ ਨੈਣ ਖੂਨੀ, ਵਾਰਿਸ ਸ਼ਾਹ ਜ਼ੁਲਫਾਂ ਜਿਹੜੀਆਂ ਨੇ ਉਹ ਤੇਰੀਆਂ ਖਾਲ ਤੇ ਇਹੋ ਹੀ ਹੈ ਨਾ, ਫਿਰ ਜਿਹੜਾ ਗੱਲਾਂ ਨੇ। ਡਾਕਟਰ ਸਾਹਿਬ ਖਾਲ ਤਿਲ ਨਹੀਂ ਹੁੰਦਾ? ਹੈ ਖਾਲ ਤਿਲ ਨਹੀਂ ਹੁੰਦਾ, ਜਿਹੜਾ ਤਿਲ ਹੁੰਦਾ ਮੂੰਹ ਦੇ ਉੱਤੇ, ਗੱਲਾਂ ਦੇ ਤਿਲ ਹੁੰਦਾ, ਜਿਹਨੂੰ ਖਾਲ ਨਹੀਂ ਕਹਿੰਦੇ? ਹਾਂ ਨਹੀਂ, ਮੇਰੇ ਖਿਆਲ ਡਾਕਟਰ ਸਾਹਿਬ ਜਿਹੜੇ ਗੱਲਾਂ ਦੇ ਉੱਤੇ ਟੋਏ ਪੈਂਦੇ ਨੇ ਨਾ, ਡਿੰਪਲਸ ਪੈਂਦੇ ਨੇ, ਖਾਲ, ਹਾਂ, ਉਹਨੂੰ ਸ਼ਾਇਦ ਖਾਲ ਕਹਿੰਦੇ ਹੋਣੇ। ਨਹੀਂ, ਖਾਲ ਤੇ ਇੱਕ ਸੈਪਰੇਟ ਵਰਡ ਹੈ ਨਾ ਜਿਸਮ ਦੇ ਹਿੱਸੇ ਦੇ ਤੌਰ ਤੇ। ਇਹ ਤੇ ਪੱਕੀ ਗੱਲ ਹੈ, ਫਾਰਸੀ ਦਾ ਲਫ਼ਜ਼ ਹੈ ਖਾਲ। ਖੱਦੋ ਖਾਲ ਵਾਲਾ ਡਾਕਟਰ ਸਾਹਿਬ ਜਿਹੜੇ ਆਖਣੇ ਕਿ ਉਸਨੇ ਖੱਦੋ ਖਾਲ, ਬਿਲਕੁਲ। ਕੀ ਗੱਲ ਬਣੀ ਫਿਰ ਅਖੀਰ? ਖੱਦੋ ਖਾਲ ਦਾ मतलब अपीयरेंस, शक्ल, सूरत, जिस्म, सब कुछ ना इन टोटलिटी। उसने खद्दो खाल बड़े खूबसूरत है। इंडिविजुअल इतने खाल का मतलब क्या होगा? अच्छा, it's not a specific body part, it's the overall impression। खद्दो खाल मतलब सारी शक्ल, सूरत, सब ठीक है। खत्तो खाल ਦਾ ਮਤਲਬ ਇਹ ਤੁਸੀਂ ਤੁਹਾਡਾ ਮਤਲਬ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਕਿ ਅਪੀਅਰੈਂਸ, ਰਾਈਟ ਜੀ? ਟੋਟਲ ਅਪੀਅਰੈਂਸ ਜੀ। ਵਾਰਿਸ ਸ਼ਾਹ ਜ਼ੁਲਫਾਂ ਖਾਲ ਨੈਣ ਖੂਨੀ, ਤੇ ਤੇਰੀ ਅੱਖਾਂ ਜਿਹੜੀਆਂ ਖੂਨੀ ਨੇ, ਫੌਜਾਂ ਕਤਲ ਉੱਤੇ ਚਾੜੀਆਂ ਨੇ, ਤੇ ਤੂੰ ਇਹ ਜਿਹੜੀਆਂ ਫੌਜਾਂ ਨੇ ਆਪਣੇ ਹੁਸਨ ਦੀਆਂ, ਇਹ ਕਤਲ ਕਰਨ ਲਈ ਚੜਾ ਦਿੱਤੀਆਂ ਨੇ ਲੋਕਾਂ ਤੇ। ਸਰ ਜੀ, ਪਰ ਜਿਹੜਾ ਸਾਡਾ ਇੱਥੇ ਲਿਖਿਆ ਨਾ ਮੇਕਸ ਮੋਰ ਸੈਂਸ, ਵਾਰਿਸ ਸ਼ਾਹ ਜ਼ੁਲਫਾਂ ਨਾਗ ਤੇ ਨੈਣ ਖੂਨੀ, that makes more sense। ਨਾਗ ਵਰਗੀਆਂ ਜ਼ੁਲਫਾਂ। ਲੇਕਿਨ ਜਿਹੜਾ ਮੈਂ ਤੇ ਫਾਲੋ ਕੀਤਾ, ਜਿਹੜਾ ਐਡੀਟਰ ਨੁਸਖਿਆਂ ਤੋਂ,
ਤੇ ਬਾਅਦ ਵੇਲੇ ਹੋ ਸਕਦਾ ਹੈ, ਲੇਕਿਨ ਸਹੀ ਹੈ ਹੈ। ਇਹ ਖਾਲ ਹੈ। ਚਲੋ ਅੱਛਾ ਡਾਕਟਰ ਸਾਹਿਬ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਅਗਲਾ ਬੰਦ ਪੜ੍ਹਾਂ, ਮੈਨੂੰ ਇਹ ਜ਼ਰਾ ਕਾਫੀ ਪਸੰਦ ਹੈ। ਹਾਂ ਬਿਲਕੁਲ ਪੜੋ। ਕਿ ਇਹਨੂੰ ਬੜਾ ਟਾਈਟਲੀ ਉਹਨੇ ਮਤਲਬ ਕਿ ਬੰਦ ਕੀਤਾ ਇਹਨੂੰ ਐ ਕਿ 12 ਬਰਸ ਦੀ ਔੜ ਸੀ, ਮੀਂਹ ਵੁੱਠਾ ਲੱਗਾ ਰੰਗ ਫਿਰ ਮੁਸ਼ਕ ਬਗੀਚੀਆਂ ਨੂੰ, ਫੌਜ ਦਾ ਤਗਈਰ ਬਹਾਲ ਹੋਇਆ ਤੇ ਝਾੜ ਤੰਬੂਆਂ ਅਤੇ ਗਲੀਚੀਆਂ ਨੂੰ, ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ, ਵੇਖ ਹੁਸਨ ਦੀ ਜ਼ਿਮੀ ਦੇ ਪੀਛਿਆਂ ਨੂੰ, ਵਾਰਿਸ ਸ਼ਾਹ ਕਿਸ਼ਤੀ ਪਰੇਸ਼ਾਨ ਸਾਂ ਮੈਂ, ਪਾਣੀ ਪਹੁੰਚਿਆ ਨੂੰਹ ਦਿਆਂ ਟੀਚਿਆਂ ਨੂੰ। ਹਾਂਜੀ ਬਹੁਤ ਕਮਾਲ ਦਾ ਬੈਲੈਂਸ ਹੈ ਵਿੱਚ। ਹਾਂਜੀ ਹਾਂ, ਅਸਲ ਦੇ ਵਿੱਚ ਇਹ ਸਾਰਾ ਜਿਹੜਾ ਇਹਦੇ ਵਿੱਚ ਉਹਨੇ ਵਾਰਿਸ ਸ਼ਾਹ ਨੇ ਉਹ ਜਿਹੜਾ ਪੂਰਾ ਹੁਣ ਤੱਕ ਗੱਲ ਹੋ ਰਹੀ ਸੀ ਨਾ, ਉਹਨੂੰ ਉਹਦਾ ਐਸੈਂਸ ਦੇ ਦਿੱਤਾ ਤੁਹਾਨੂੰ ਕਿ 12 ਬਰਸ ਦੀ ਔੜ ਸੀ, ਯਾਨੀ ਕੀ ਉਹਨੂੰ ਕਹਿੰਦੇ ਨੇ, ਡਰਾਊਟ ਸੀਗਾ, ਖੁਸ਼ਕ ਸਨ। ਹਾਂ 12 ਬਰਸ ਦਾ ਡਰਾਊਟ ਸੀ, ਤੇ ਫਿਰ ਮੀਂਹ ਉੱਠਾ, ਫਿਰ ਮੀਂਹ ਵਰਿਆ ਉਹਦੇ ਤੇ, ਬਾਰਿਸ਼ ਹੋਈ, ਲੱਗਾ ਰੰਗ ਫਿਰ ਖੁਸ਼ਕ ਬਗੀਚਿਆਂ ਨੂੰ, ਫਿਰ ਜਿਹੜੇ ਸੁੱਕੇ ਹੋਏ ਬਗੀਚੇ ਸਨ ਉਹਨਾਂ ਵਿੱਚ ਵੀ ਰੰਗ ਆ ਗਿਆ। ਫੌਜਦਾਰ ਤਗੀਰ ਬਹਾਲ ਹੋਇਆ। ਇਹ ਦੇਖੋ ਇਹਦੇ ਜਿਹੜਾ ਹੈਗਾ ਨਾ, ਇਹ ਬਹੁਤ ਕਹਾਣੀਆਂ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ। ਜਿਵੇਂ ਪੂਰਨ ਭਗਤ ਦੀ ਕਹਾਣੀ ਦੇ ਵਿੱਚ ਵੀ ਹੈ ਕਿ ਜਦੋਂ ਪੂਰਨ ਭਗਤ ਵਾਪਸ ਆਪਣੇ ਬਾਪ ਦੇ ਸ਼ਹਿਰ ਵਿੱਚ ਆਉਂਦਾ ਹੈ ਸਿਆਲਕੋਟ, ਤੇ ਉਹਦੇ ਜਿਹੜੇ ਸਾਰੇ ਬਾਗ ਸਨ ਸੁੱਕ ਚੁੱਕੇ ਸਨ, ਲੇਕਿਨ ਉਹਦੇ ਆਉਣ ਨਾਲ ਹੀ ਉਹ ਸਾਰੇ ਦੁਬਾਰਾ ਹਰੇ ਹੋ ਗਏ ਉਹਨੂੰ ਵੇਖਦੇ ਹਾਂ। ਤੇ ਇਹ ਕਿ ਯਾਨੀ ਟੋਟਲ ਟਰਾਂਸਫਰਮੇਸ਼ਨ ਦਾ ਅਮਲ ਹੈ। ਫੌਜਦਾਰ ਤਗਈਰ ਬਹਾਲ ਹੋਇਆ। ਫੌਜਦਾਰ ਤਗਈਰ ਮਤਲਬ ਜਿਹਨੂੰ ਬਦਲਣਾ। ਫੌਜਦਾਰ ਜਿਹਨੂੰ ਬਦਲ ਦਿੱਤਾ ਗਿਆ ਸੀ ਉਹਨੂੰ ਫਿਰ ਤੋਂ ਰੀਇਨਸਟੇਟ ਕੀਤਾ ਗਿਆ। ਬਹਾਲ ਹੋਇਆ ਮਤਲਬ ਉਹ ਰੀਇਨਸਟੇਟ ਹੋ ਗਿਆ। ਝਾੜ ਤੰਬੂਆਂ ਅਤੇ ਗਲੀਚਿਆਂ ਨੂੰ, ਤੇ ਉਹਨੇ ਆਪਣੇ ਤੰਬੂ ਤੇ ਗਲੀਚੇ ਜਿਹੜੇ ਸੀ ਉਹ ਦੁਬਾਰਾ ਤੋਂ ਝਾੜੇ ਨੇ। ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ। ਵੱਲਾਂ ਜਿਹੜੀਆਂ ਸਨ ਉਹ ਫੇਰ ਤੋਂ ਸੁੱਕੀਆਂ ਤੋਂ ਸਬਜ਼ ਹੋਈਆਂ ਨੇ, ਹਰੀਆਂ ਹੋਈਆਂ ਨੇ। ਬੇਖੁਸਨ ਦੀ ਜ਼ਮੀਨ ਦੀਆਂ ਪੇਚੀਆਂ ਨੂੰ, ਹੁਸਨ ਦੀ ਜ਼ਮੀਨ ਦੇ ਜਿਹੜੇ ਪੇਚ ਨੇ, ਬਲਾਵੇਂ ਨੇ, ਇੰਟਰੀਕੇਸੀਜ਼ ਨੇ, ਉਹਨਾਂ ਨੂੰ ਵੇਖ ਉਹ ਕੀ ਕੰਮ ਕਰਦੇ ਨੇ। ਵਾਰਿਸ ਸ਼ਾਹ ਵਾਰਿਸ ਵਾਂਗ ਕਸ਼ਤੀ ਪਰੇਸ਼ਾਨ ਸਾਂ ਮੈਂ। ਵਾਰਿਸ ਸ਼ਾਹ ਵਾਂਗ ਮੇਰੀ ਜਿਹੜੀ ਬੇੜੀ ਸੀ ਉਹ ਪਰੇਸ਼ਾਨੀ ਹੋਈ ਸੀ। ਪਾਣੀ ਪਹੁੰਚਿਆ ਨੂੰਹ ਦੇ ਟੇਚਿਆਂ ਨੂੰ, ਤੇ ਜਿਹੜਾ ਨੂੰਹ ਦਾ ਜਿਹੜਾ ਗੋਲ ਸੀ, ਟੇਚੇ ਦਾ ਮਤਲਬ ਗੋਲ, ਉਹ ਜਿਵੇਂ ਨੂੰਹ ਦਾ ਜਿਹੜਾ ਮਕਸਦ ਸੀ ਜਾਂ ਗੋਲ ਸੀ ਉਹ ਪੂਰਾ ਹੋਇਆ। ਇਸੇ ਤਰ੍ਹਾਂ ਪਾਣੀ ਪਹੁੰਚਿਆ ਨੂੰਹ ਦੀਆਂ ਟੇਚਿਆਂ ਨੂੰ, ਤੇ ਇਸੇ ਤਰ੍ਹਾਂ ਨੂੰਹ ਦੇ ਜਿਵੇਂ ਟੇਚਿਆਂ ਨੂੰ ਪਾਣੀ ਪਹੁੰਚਿਆ ਸੀਗਾ, ਇਸੇ ਤਰ੍ਹਾਂ ਮੇਰੀ ਕਸ਼ਤੀ ਜਿਹੜੀ ਹੈ ਉਹ ਜਿਹੜੀ ਹੈ ਉਹ ਠੀਕ ਹੋ ਗਈ ਹੈ। ਬਸ ਇੱਥੋਂ ਤੱਕ ਹੀ ਪੜ੍ਹਨਾ ਹੈ। ਇਹ ਡਾਕਟਰ ਸਾਹਿਬ ਨੂੰਹ ਕੀ ਚੀਜ਼ ਹੈ? ਦੱਸੋ ਨੋਆ, ਜੀ। ਸੇਮ ਨੋਆ ਜਾਨੀ ਜਿਹੜਾ ਉਹ ਪਾਣੀ ਵਾਲਾ ਨੋਆ ਸੀਗਾ। ਅੱਛਾ ਠੀਕ। ਨੂਹ ਨੀ ਕਿਸ਼ਤੀ ਜਿਹੜੀ ਹੈ ਨਾ ਉਹ ਫਿਰ ਉਤਰਨੀ ਜਦੋਂ ਤੂਫਾਨ ਲਈ ਨਾ, ਤੂਫਾਨ ਲਈ ਗਿਆ ਤੇ ਨੂਹ ਨੀ ਕਿਸ਼ਤੀ ਜਿਸ ਤਰ੍ਹਾਂ ਉਤਰਨੀ ਜਿਸ ਥਾਂ ਪਰ ਉਹ ਗੱਲ ਉਹ ਜਗ੍ਹਾ ਨੋਆ ਸਾਹਿਬ। ਠੀਕ।
ਇਹ ਇੱਥੇ ਜਿਹੜੀ ਹੈ ਨਾ, ਇਹ ਇਸ ਬੰਦ ਦੇ ਉੱਤੇ ਇਹ ਜਿਹੜਾ ਟਾਪਿਕ ਸੀਗਾ ਪੂਰਾ, ਉਹ ਇਹ ਆਖਰੀ ਬੰਦ ਹੈ ਉਹਦਾ। ਤੇ ਹੁਣ ਤੁਸੀਂ ਇਹਨਾਂ 18-20 ਬੰਦਾਂ ਦੇ ਉੱਤੇ ਹੁਣ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਕਰ ਲਓ, ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਜ਼ਿਆਦਾ ਇਹਦੀਆਂ ਡਿਟੇਲਸ ਵਿੱਚ ਨਾ ਜਾਈਏ। ਸੋ ਲੇਕਿਨ ਇਹ ਜਿਹੜਾ ਬੰਦ ਹੈ ਇਹਦੇ ਵਿੱਚ ਤੇ ਵਾਰਿਸ ਸ਼ਾਹ ਜਿਹੜਾ ਕਹਿ ਰਿਹਾ ਹੈ ਕਿ ਇਹ ਜਿਹੜਾ ਡਾਕਟਰ ਸਾਹਿਬ ਵੈਸੇ ਇੱਕ ਗੱਲ ਲਈ ਇਹ ਜਿਹੜਾ ਸੌਰੀ ਟੂ ਇੰਟਰਪਟ ਇਹ ਆਖਰੀ ਬੰਦ ਵਿੱਚ ਨਾ ਇਹ ਜਿਹੜਾ ਬੰਦ ਆ ਹੀਰ ਮਤਲਬ ਜਿਸ ਤਰ੍ਹਾਂ ਸ਼ੁਕਰ ਬੰਦਾ ਕਰਨਾ ਨਾ ਕਿ ਮਾੜੇ ਮੈਂ ਇਸ ਤਰ੍ਹਾਂ ਨਿਹਾਲ ਹੋਈ ਹਾਂ, ਜਿਸ ਤਰ੍ਹਾਂ ਇਤਨੇ ਵਰਿਆਂ ਬਾਅਦ ਮੀਂਹ ਪਿਆ ਜਾਂ ਜਿਸ ਤਰ੍ਹਾਂ ਨੂਹ ਨੀ ਕਸ਼ਤੀ ਜਿਹੜੀ ਹੈ ਉਹ ਤੂਫਾਨ ਬਾਅਦ ਉਤਰੀ ਗਈ ਤੇ ਉਸਨੀ ਡਿਸਕ੍ਰਿਪਸ਼ਨ ਕਿਤਨੀ ਫਰਕ ਹੀ ਉਸ ਨੂੰ ਅਗਰ ਅਸਾਂ ਕੰਪੇਅਰ ਕਰੀਏ ਜਿਹੜੀ ਪਹਿਲੇ ਜਿਹੜੀਆਂ ਉਹ ਕੁੜੀਆਂ ਜਾਂ ਸਹੇਲੀਆਂ ਜਿਹੜੀ ਡਿਸਕ੍ਰਿਪਸ਼ਨ ਦੇਣੀ ਪਈਆਂ ਤੇ ਇਹ ਮਿਕੀ ਕੰਪੈਰੀਜ਼ਨ ਦਿਸਣਾ ਪਿਆ ਕਿ ਇੱਕ ਹੀ ਗੱਲ ਹੋਣੀ ਪਈ ਹੀਰ ਰਾਂਝੇ ਨਾਲ ਜਿਹੜਾ ਮਲਾਪ ਹੋਇਆ, ਮਗਰ ਹੀਰ ਉਸकी ਕਿਸ ਤਰ੍ਹਾਂ ਬਿਆਨ ਕਰਨੀ ਪਈ ਤੇ ਉਹ ਕੁੜੀਆਂ ਕਿਸ ਤਰ੍ਹਾਂ ਬਿਆਨ ਕਰਨੀਆਂ ਸੀ। ਹਾਂ, ਕੁੜੀਆਂ ਜਿਹੜੀਆਂ ਨੇ ਉਹ ਤੇ ਉਤੋਂ ਦਾ ਕਿੱਸਾ ਦੇਖ ਰਹੀਆਂ ਨੇ ਨਾ, ਉਹ ਫਿਜ਼ੀਕਲ ਅਮਲ ਨੂੰ ਦੇਖ ਰਹੀਆਂ ਨੇ ਜਿਹੜਾ ਉਹਨਾਂ ਦੇ ਇਮੈਜੀਨੇਸ਼ਨ ਵਿੱਚ ਹੋਇਆ ਹੈ, ਠੀਕ। ਲੇਕਿਨ ਹੀਰ ਤੇ ਉਹਨੂੰ ਪਹੁੰਚ ਰਹੀ ਹੈ ਨਾ ਕਿ ਇਹ ਮੇਰੀ ਜਿਹੜੀ ਹਸਤੀ ਹੈ, ਮੇਰੀ ਜਿਹੜੀ ਬੀਇੰਗ ਹੈ, ਉਹ ਕਿਵੇਂ ਰੀਜੋਗਨੇਟ ਹੋਈ ਹੈ, ਉਹਦੀ ਰੀਬਰਥ ਹੋਈ ਹੈ, ਉਹ ਉਹਨਾਂ ਮਹੀਨਿਆਂ 'ਚ ਦੱਸ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਿਹੜੀਆਂ ਕੁੜੀਆਂ ਨੇ ਉਹ ਗਲਤ ਨੇ, ਉਹ ਕੁੜੀਆਂ ਵੀ ਹੋ ਸਕਦਾ ਸਹੀ ਟਿਚਕਰਾਂ ਲਾ ਰਹੀਆਂ ਹੋਣ, ਤੇ ਲੇਕਿਨ ਜਿਹੜੀ ਵਾਰਿਸ ਸ਼ਾਹ ਦੀ ਜਾਂ ਹੀਰ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਸ ਅਮਲ ਦੀ, ਉਹ ਇਸ ਬੰਦ ਵਿੱਚ ਉਹ ਆਈ ਹੈ। ਮੇਰਾ ਖਿਆਲ ਹੈ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਵਾਰਿਸ ਸ਼ਾਹ ਨੇ ਇਹ ਬੰਦ ਜਿਹੜੇ ਲਿਖੇ ਨੇ ਇਹ ਹੋਰ ਕਿਸੇ ਵੀ ਸ਼ਾਇਰ ਨੂੰ ਇੰਨੀ ਜ਼ਰੂਰਤ ਨਹੀਂ ਹੋਈ ਇੰਨਾ ਖੋਲ ਕੇ ਬਿਆਨ ਕਰਨ। ਸੋ ਮੇਰੇ ਖਿਆਲ ਵਿੱਚ ਉਹਦੇ 'ਚ 2-3 ਗੱਲਾਂ ਸਨ। ਇੱਕ ਤੇ ਵਾਰਿਸ ਸ਼ਾਹ ਜਿਹੜਾ ਇਸ਼ਕ ਹੈ ਉਹਨੂੰ ਕੋਈ ਸਿਰਫ ਆਈਡੀਅਲਿਸਟਿਕ ਨੋਸ਼ਨ ਨਹੀਂ ਸਮਝਦਾ, ਮਤਲਬ ਉਹਦੇ ਵਿੱਚ ਆਸ਼ਿਕ ਮਾਸ਼ੂਕ ਦਾ ਸਿਰਫ ਰੂਹ ਹੀ ਨਹੀਂ ਹੈਗਾ, ਉਹਦੇ ਵਿੱਚ ਆਸ਼ਿਕ ਮਾਸ਼ੂਕ ਦੀ ਬਾਡੀ ਵੀ ਜਿਹੜੀਆਂ ਨੇ ਉਹ ਇੱਕ ਹੁੰਦੀਆਂ ਨੇ। ਸੋ ਇਸ ਤਰ੍ਹਾਂ ਉਹ ਇੱਕ ਮਟੀਰੀਅਲਿਸਟ ਇੰਟਰਪ੍ਰੀਟੇਸ਼ਨ ਇਸ਼ਕ ਦੀ ਕਰ ਰਿਹਾ ਹੈ। ਠੀਕ ਹੈ ਸਰ, ਪਰ ਇੱਕ ਪ੍ਰੋਬਲਮ ਹੈ ਕਿ ਐਕਸਟ੍ਰੀਮ ਤੇ ਲੈ ਜਾਂਦਾ ਇਨ ਦ ਸੈਂਸ ਕਿ ਵੀ ਉਹ ਐਕਸਟ੍ਰੀਮ ਦੇ ਦੇਖੋ, ਉਹ ਐਕਸਟ੍ਰੀਮ ਤੇ ਤੁਹਾਨੂੰ ਐਕਸਟ੍ਰੀਮ ਤੇ ਨਹੀਂ ਲੈ ਜਾਂਦਾ, ਲੇਕਿਨ ਜੇ ਇਮਾਨਦਾਰੀ ਨਾਲ ਅਸੀਂ ਸੋਚੀਏ ਤੇ ਬਿਲਕੁਲ ਨਰੋਲ ਤਰੀਕੇ ਨਾਲ ਸੋਚੀਏ ਤੇ ਜਿਹੜਾ ਫਿਜ਼ੀਕਲ ਮਿਲਾਪ ਹੈ ਉਹਨੂੰ ਜਿਵੇਂ ਉਹਨੇ ਬਿਆਨ ਕੀਤਾ ਹੈ ਉਹ ਤੁਹਾਨੂੰ ਓਫੈਂਡਿੰਗ ਲੱਗਦਾ ਹੈ, ਲੇਕਿਨ ਹੁੰਦਾ ਇੰਝ ਹੀ ਹੈ। ਔਰ रियलिस्टिक है डॉक्टर साहब, बड़ा रियलिस्टिक है। और वो 2 बंदे आशिक ਜਿਹੜੇ 12-15 ਸਾਲਾਂ ਤੋਂ ਜਿਹੜੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਮਿਲਾਪ ਹੋ ਰਿਹਾ ਹੈ। ਹਾਂਜੀ ਕੀ ਜੀ?
ਡਾਕਟਰ ਸਾਹਿਬ ਇੱਕ ਮੈਂ ਗੱਲ ਕਰਨੀ ਸੀ ਕਿ ਇਹ ਇੱਥੇ ਉਹਨੇ ਕਾਫੀ ਕਿ ਤੁਹਾਡੀ ਜਿਹੜੀ ਫਿਜ਼ੀਕਲ ਬਾਡੀ ਪਹਿਲਾਂ ਕੁੜੀਆਂ ਜਿਹੜੀਆਂ ਕਰ ਰਹੀਆਂ ਪਲੱਸ ਇਹ ਸਪਿਰਚੁਅਲ ਪਹਿਰਾ ਜਿਹੜਾ ਆਇਆ ਹੀਰ ਨੇ ਕੀਤਾ, ਉਹ ਇਕੱਠੀਆਂ ਚੀਜ਼ਾਂ ਇੱਕੋ ਹੀ ਚੀਜ਼ ਨੇ। ਵਾਰਿਸ ਸ਼ਾਹ ਨੇ ਵੀ ਹਾਂ ਇਹ ਵਾਰਿਸ ਸ਼ਾਹ ਲਈ ਉਹ ਇੱਕ ਹੀ ਚੀਜ਼ ਨੇ। ਮਗਰ ਡਿਸਕ੍ਰਿਪਸ਼ਨ ਫਰਕ ਹੀ ਨਾ ਮਿਕੀ, ਉਹ ਜਿਹੜੀ ਇੱਕ ਹੀ ਚੀਜ਼ ਕਿ ਉਹ ਦੋ ਡਿਫਰੈਂਟ ਡਿਸਕ੍ਰਿਪਸ਼ਨਸ ਜਿਹੜੀਆਂ ਹੈ ਨਾ, ਬੜੀ ਮਤਲਬ ਬੰਦਾ ਹੈਰਾਨ ਰਹੀ ਕਿਸ਼ਨਾ। ਦੂਸਰੀ ਬੀਬਾ ਜੀ ਜਿਹੜੀ ਗੱਲ ਕਰਨੇ पे आई एग्री कि वो इट ब्रिंग्स आउट अनदर इमोशन। और मेरा ख्याल है कि जितने भी दुनिया ने मशहूर लिखने वाले शायर है वो एक काम बड़ा चंगा करने, वो नेगेटिव तुसा ना जेड़ा इमोशन आ या फीलिंग ही वो भी बिल्कुल उसकी उभारने ते जेड़ी तुसा नी बहुत नजाकत ते एस्थेटिक एक तुसा नी जेड़ी सिनफी या बड़ी एक तुसा नी जेड़ी सिफती उसकी भी उभारने। क्योंकि जदों तक तुसा ओ दो चीज़ां ना तको तुसा की समझ नहीं लगनी कि क्या चीज खूबसूरत ही या नहीं, या क्या चीज रियलिस्टिक ही या नहीं। मिकी ते इस वास्ते ए बंद अच्छे ते बंदा क्या आके मतलब तुसा एक फीलिंग ऑफ डिसगस्ट ही आखी किनो तुसा फील करने हो कि फिर तुसा की उन्होंने रिलेशनशिप नी खूबसूरती भी फिर इसी वास्ते अप्रीशिएट करसो। जदों तक तुसा उसकी डिसगस्ट तुसा उसकी उस तरह ना तकन लगे तो तुसा की खूबसूरती भी नहीं दिसन लगी। हाँ और दूजे मेरे ख्याल से बहुत इंपॉर्टेंट है कि वारिस शाह क्योंकि योग के फलसफे ਨੂੰ ਲੈ ਕੇ ਚੱਲ ਰਿਹਾ ਹੈ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਕਿ ਯੋਗ ਦੇ ਵਿੱਚ ਮਧੋਨਾ 5 ਨੀਮਾਂ ਦੇ ਵਿੱਚੋਂ ਇੱਕ ਨੀਮ ਹੈ ਜਿਹੜੀ ਲਾਜ਼ਮ ਹੈ ਜੋਈ ਲਈ, ਜਿਹਨੂੰ ਪੂਰਾ ਕਰਨਾ। ਤੇ ਉਹ ਵੀ ਲੱਗਦਾ ਥੋੜਾ ਜਿਹਾ ਇੱਕ ਮੈਨੂੰ ਥੋੜਾ ਜਿਹਾ ਲੱਗਦਾ ਹੈ ਕਿ ਥੋੜਾ ਜਿਹਾ ਉਹਨੇ ਥੋੜਾ ਜਿਹੀ ਸ਼ੌਕ ਵੈਲਿਊ ਵੀ ਇੰਪਲੋਏ ਕੀਤੀ ਇਹਦੇ ਵਿੱਚ, ਕਿਉਂਕਿ ਜਿਹੜਾ ਹੈਗਾ ਆ ਜਿੱਦਾਂ ਇੱਕ ਜੇ ਸਪੋਜ਼ ਕਰੋ ਇੱਕ ਦਰਿਆ ਆ ਉਹ ਬਟ ਜੈਂਟਲੀ ਵੀ ਬਹਿ ਸਕਦਾ ਆ ਪਰ ਉਹ ਠਾਠਾਂ ਵੀ ਮਾਰ ਸਕਦਾ ਹੈ। ਸੋ ਹੀ ਹੈਜ਼ ਚੋਜ਼ਨ ਦੀ ਅਦਰ ਵੇ। ਇਹ ਡਾਕਟਰ ਸਾਹਿਬ ਮੈਂ ਕਮੈਂਟ ਕਰਨਾ ਸੀ ਕਿ ਇਹ ਜਿਹੜੀ ਅਸਲ 'ਚ ਵਾਰਿਸ ਸ਼ਾਹ ਤੁਹਾਡੇ ਮੇਰੇ ਵਗੈਰਾ ਮਿਡਲ ਕਲਾਸ ਦਾ ਬਹੁਤ ਸ਼ਰੀਫ ਨਫਸ ਆਦਮੀ ਨਹੀਂ ਸੀ ਨਾ, ਉਹ ਸ਼ਾਇਰ ਸੀ, ਉਹਨੂੰ ਕੋਈ ਖਾਸ ਨਹੀਂ ਸੀ परवाह उसकी। हाँ जी डॉक्टर साहब उसमें एक कमेंट करना सी जरा ਅਸੀਂ ਕੰਪੈਰੀਜ਼ਨ ਕਰਨੇ ਪਿਆ ਕਿ ਆਬਜ਼ਰਵੇਸ਼ਨ ਜਿਹੜੀ ਕੁੜੀਆਂ ਦੀ ਹੀਰ ਦੀ ਹਾਲਤ ਦੀ, ਜਦੋਂ ਬਾਅਦ ਜਿਹੜਾ ਹੀਰ ਦਾ ਬਿਆਨ ਹੈ ਉਹ ਬੜੀ ਖੂਬਸੂਰਤੀ ਨਾਲ ਵਾਰਿਸ ਸ਼ਾਹ ਨੇ ਇੱਕ ਆਊਟਸਾਈਡ ਐਜ਼ ਫਰੈਂਡਸ ਆਫ ਹੀਰ ਦੀਆਂ ਸਹੇਲੀਆਂ ਜਿਵੇਂ ਵੇਖਦੀਆਂ ਪਈਆਂ, ਉਹਦੀ ਫਿਜ਼ੀਕਲ ਡਿਸਕ੍ਰਿਪਸ਼ਨ ਦਿੱਤੀ ਹੈ ਜਿਹੜੀ ਕਿ ਅਸੀਂ ਆਮ ਜ਼ਿੰਦਗੀ 'ਚ ਵੇਖਦੇ ਹਾਂ ਐਜ਼ ਐਨ ਆਬਜ਼ਰਵੈਂਟ ਆਫ ਐਨੀ ਫਿਜ਼ੀਕਲ ਇਵੈਂਟ। ਤੇ ਦੂਸਰਾ ਉਹਦੀ ਜਿਹੜੀ ਪਰਸਨਲ ਐਕਸਪੀਰੀਅੰਸ ਹੈ ਜਿਹੜਾ ਹੀਰ ਬਿਆਨ ਕਰਦੀ ਹੈ, ਉਹ ਦੋਵਾਂ ਦਾ ਕੰਪੈਰੀਜ਼ਨ ਵੀ ਕੀਤਾ ਹੈ ਔਰ ਐਂਗਲ ਦਿਖਾਇਆ ਕਿ ਕਿਸ ਤਰ੍ਹਾਂ ਲੋਕੀ ਆਪਣੀ ਆਬਜ਼ਰਵੇਸ਼ਨ ਨਾਲ ਉਹਨੂੰ ਡਿਫਾਈਨ ਕਰਦੇ ਨੇ ਤੇ ਇੰਟਰਪ੍ਰੀਟ ਕਰਦੇ ਨੇ। ਆਈ ਥਿੰਕ ਦਿਸ ਇਜ਼ ਵੈਰੀ ਓਨੈਸਟ ਡਿਸਕ੍ਰਿਪਸ਼ਨ ਆਫ ਦ ਸਿਚੁਏਸ਼ਨ, ਫਿਜ਼ੀਕਲ ਐਕਸਪੀਰੀਅੰਸ ਫਰਮ both angles. Can I also add that to end on the Hazrat Nuh alayhi salam story, and like that's very special, I think. Maybe he did that to cover his back as well, to keep the Mulvis happy. I don't know, but I felt that was very special. Yeah. ਇੱਕ ਗੱਲ ਸਰ ਜੀ ਮੈਂ ਆਖਣਾ ਚਾਹਾਂਗੀ, ਇੱਕ ਗੱਲ ਡਾਕਟਰ ਸਾਹਿਬ, ਹਾਂ ਸੌਰੀ ਦੱਸੋ ਜੀ। ਮਤਲਬ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਯੋਗ ਦੇ ਫਲਸਫੇ ਦਾ ਇੱਕ ਬੁਨਿਆਦੀ ਮੰਨਣਾ ਇਹ ਵੀ ਹੈ ਕਿ ਬੰਦੇ ਦਾ ਜਿਹੜਾ ਐਕਚੁਅਲੀ ਜਿਸਮ ਹੈ ਨਾ, ਉਹਦੀ ਜਿਹੜੀ ਬਾਡੀ ਹੈ, ਉਸ ਬਾਡੀ ਨੂੰ ਐਕਸਰਸਾਈਜ਼ ਕਰਕੇ ਇਸ ਤਰੀਕੇ ਦੇ ਨਾਲ ਢਾਲਿਆ ਜਾ ਸਕਦਾ ਹੈ ਕਿ ਉਹ ਉਸ ਦੇ ਅੰਦਰ ਐਸੀ ਸ਼ਕਤੀ ਆ ਜਾਵੇ ਜੋ ਉਹ ਬਾਹਰ ਦੀਆਂ ਚੀਜ਼ਾਂ ਨੂੰ ਬਦਲ ਸਕੇ। ਸੋ ਮਤਲਬ ਬਾਡੀ ਦਾ ਅਮਲ ਜਿਹੜਾ ਹੈ ਉਹ ਮੁੱਢਲਾ ਹੈ ਯੋਗ ਦੇ ਵਿੱਚ। ਸਰ ਜੀ ਇੱਕ ਹੋਰ ਗੱਲ ਸੀ ਮੈਂ ਕਹਿਣਾ ਚਾਹੁੰਦੀ ਸੀ, ਮੇਬੀ ਵਾਟ ਹੀ ਇਜ਼ ਟਰਾਈਂਗ ਟੂ ਸੇ, ਮੈਂ ਆਪਣੇ ਤਰੀਕੇ ਨਾਲ ਸੋਚਦੀ ਹਾਂ, ਪਤਾ ਨਹੀਂ ਗਲਤ ਕਿ ਸਹੀ,
ਕਿ ਜਦ ਤੁਸੀਂ ਇੱਕ ਲੈਵਲ ਆਫ ਕੌਨਸ਼ੀਅਸਨੈਸ ਤੋਂ ਦੂਜੀ ਲੈਵਲ ਤੇ ਜਾਂਦੇ ਹੋ ਕਿ ਤੁਸੀਂ ਉਹ ਪਹਿਲੀ ਜਿਹੜੀ ਇਟਸ ਏ ਮਤਲਬ ਕਿ ਉਹ ਇੱਕ ਬੜਾ ਇੱਕ ਤੂਫਾਨੀ ਮੰਜ਼ਰ ਹੁੰਦਾ ਹੈ ਯੂ ਹੈਵ ਟੂ ਬ੍ਰੇਕ ਦੀ ਓਲਡ ਟੂ ਗੈਟ ਇਨਟੂ ਦ ਨਿਊ ਸੋ ਵੈਨ ਯੂ ਬ੍ਰੇਕ ਸਮਥਿੰਗ ਆਪਣਾ ਤੁਸੀਂ ਇੱਕ ਲੈਵਲ ਆਫ ਸਪਿਰਿਚੁਅਲਿਟੀ ਜਾਂ ਕੌਨਸ਼ੀਅਸਨੈਸ ਨੂੰ ਬ੍ਰੇਕ ਕਰਕੇ ਜਾਂ ਤੁਸੀਂ ਦੂਜੇ ਲੈਵਲ ਤੇ ਜਾਂਦੇ ਹੋ ਸੋ ਉਹ ਇਸੇ ਤਰ੍ਹਾਂ ਹੀ ਤੁਹਾਡਾ ਜਿਹੜੀ ਤੁਹਾਡੀ ਫੀਲਿੰਗ ਹੁੰਦੀ ਹੈ ਕਿ ਵੀ ਆਫ ਇਟਸ ਅ ਵਾਇਲੈਂਟ ਨਾਟ ਵਾਇਲੈਂਟ ਨਹੀਂ ਕਹਿਣਾ ਚਾਹੀਦਾ ਪਰ ਇਟ ਇਜ਼ ਕੀ ਲਫ਼ਜ਼ ਮੈਂ ਯੂਜ਼ ਕਰਨਾ ਚਾਹੁੰਦੀ ਹਾਂ ਇਟ ਇਜ਼ ਅ ਫੋਰਸਫੁਲ ਟ੍ਰਾਂਜੀਸ਼ਨ ਤੇ ਇੱਕ ਕੌਨਸ਼ੀਅਸਨੈਸ ਤੋਂ ਦੂਜੀ ਕੌਨਸ਼ੀਅਸਨੈਸ ਦੇ ਲੈਵਲ ਤੱਕ ਤੁਸੀਂ ਜਾਂਦੇ ਹੋ हाँ बिल्कुल ठीक है ਤੁਹਾਡੀ ਇੰਟਰਪ੍ਰੀਟੇਸ਼ਨ ਪਰ ਡਾਈਗ੍ਰੈਸਿੰਗ ਫਰਮ ਦ ਪੁਆਇੰਟ ਬੀਬਾ ਜੀ ਤੁਸਾਂ ਜਿਹੜਾ ਫੌਰਨ ਅੱਡੀ ਟੱਪਾ ਤੁਸਾਂ ਕੀ ਪਤਾ ਸਾ ਮੈਂ ਕहीं ਪੜ੍ਹਨੀ ਪਈ ਸੀਆਂ ਕਿ ਕਿਉਂਕਿ ਇਹ ਕੁੜੀਆਂ ਜਿਹੜੀਆਂ ਖੇਡਾਂ ਖੇਡੀਆਂ ਹੋਣੀਆਂ ਉਹਨਾਂ ਕੀ ਪਤਾ ਲੱਗੀ ਰਿਹਾ ਤੁਸਾਂ ਕੀ ਪਤਾ ਲੱਗੀ ਰਿਹਾ ਮੈਂ ਕहीं ਪੜ੍ਹਨੀ ਸੀਆਂ ਕਿ ਕहीं ਕੋਈ ਰਿਸਰਚ ਵੀ ਹੋਣੀ ਸੀ ਤੇ ਕੋਈ ਸੁਸਾਇਟੀ ਸੀ ਨਾ ਉਹਨਾਂ ਕੋਈ ਪੁਰਾਣੀ ਏਂਸ਼ੀਅੰਟ ਸੁਸਾਇਟੀ ਉਹਨਾਂ ਦਾ ਰਿਵਾਜ ਸਾ ਕਿ ਛੁਰੀਆਂ ਜਿਹੜੀਆਂ ਆ ਨਾ ਉਹ ਬੜੀ ਅੱਪਰ ਕਰੀ ਰੱਖਣੇ ਸੇ ਤੇ ਹਰ ਬੰਦੇ ਉਸਨੇ ਇੰਟਰਪ੍ਰੀਟੇਸ਼ਨ ਕੀਤੀ ਕਿ ਕੋਈ ਸੁਪਰਸਟੀਸ਼ਨ ਨਹੀਂ ਕੋਈ ਖੁਦਾ ਵਾਸਤੇ ਛੁਰੀਆਂ ਉੱਪਰ ਕਰੇ ਰੱਖਣੇ ਆ ਤੇ ਜਿਹੜੀ ਫੀਮੇਲ ਰਿਸਰਚਰ ਸੀ ਉਸ ਆਖਿਆ ਇਹ ਬੱਚਿਆਂ ਕੋਲੋਂ ਲੁਕਾਈ ਉਹਨਾਂ ਉੱਪਰ ਰੱਖੀਆਂ ਆ ਛੁਰੀਆਂ then they figured out ਕਿ ਹਾਂ the easiest explanation is this ਕਿ ਜਿਹੜੇ ਬੱਚੇ ਉਹਨਾਂ ਨੇ ਇਹ ਜਿਹੜਾ ਛੁਰੀਆਂ ਉੱਪਰ ਰੱਖੀਆਂ ਆ ਇਹ ਬੱਚਿਆਂ ਨੂੰ ਲੁਕਾਈ ਰੱਖੀਆਂ ਆ ਤੇ ਮਾੜਾ ਇਹ ਖਿਆਲ ਹੈ ਚੱਡੀ ਟੱਪਾ ਜਿਹੜਾ ਨਾ ਅੱਡੀ ਟੱਪਾ ਹੀ ਹੈ ਚਲੋ ਠੀਕ ਹੈ ਹਾਂ ਨਹੀਂ ਸਹੀ ਕਹਿ ਰਹੇ ਨੇ काफी recording हो गई इसी रोकिए फिर a practical approach women always has a practical approach ਪਰ ਮੈਨੂੰ ਇਹ ਹੁਣ ਮੇਰੇ ਦਿਮਾਗ ਦੇ ਵਿੱਚ ਮੈਨੂੰ ਹਮੇਸ਼ਾ ਹੁਣ ਇਹ this is where I am right now with this ਕਿ ਵੀ ਇਹ ਕਿਉਂ ਇਸ ਤਰ੍ਹਾਂ ਸੀਗੀ ਇਹ ਕਿਉਂ violent situation ਸੀਗੀ because it is true ਕਿ ਜਦ ਤੁਸੀਂ ਆਪਣੇ ਪੁਰਾਣੇ norms ਨੂੰ ਤੋੜ ਕੇ ਅਗਲੇ ਲੈਵਲ ਤੇ ਜਾਂਦੇ ਹੋ so that's ਉਹਦੇ ਚ ਹੁੰਦਾ ਹੈ it's a forceful change ਹਾਂ ਤੁਸੀਂ ਪੁਰਾਣਾ ਢਾਂਚਾ ਤੋੜਨਾ ਹੈ ਨਾ ਤੋੜ ਕੇ ਹੀ ਨਵਾਂ ਬਣੇਗਾ ਨਾ ਉਹਨੂੰ ਪੂਰਾ ਉਹਨੂੰ ਬਿਲਕੁਲ ਖਤਮ ਕਰਕੇ ਉਹਨੂੰ ਤੋੜ ਕੇ ਤੁਸੀਂ ਅਗਲੀ ਲੈਵਲ ਤੇ ਜਾਓਗੇ ਨਾ ਮਗਰ ਇਹ ਚੀਜ਼ ਠੀਕ ਤੁਸੀਂ ਆਖਣੇ ਪਿਓ ਕਿ ਸ਼ੌਕ ਵੈਲਿਊ ਸਸਤੀ ਹੈ ਕਿ ਅਸਾਂ ਬਿਲਕੁਲ ਐਕਸਪੈਕਟ ਨਹੀਂ ਕਰਨੇ ਆ ਕਿ ਬਾਰਿਸ਼ ਆ ਇਹ ਗੱਲ ਕਰੀ ਸਕਾਂ ਫਿਰ ਉਸ ਕਰੀ ਛੋੜੀ ਤੇ ਇਹ ਜਿਹੜੀ ਇੱਕ ਤੁਸਾਂ ਕੀ ਰਿਐਲਿਟੀ ਚੈੱਕ ਮਿਲਣਾ ਨਾ ਉਹ ਬੜਾ ਇੰਟਰਸਟਿੰਗ ਆ ਬਿਲਕੁਲ ਇੱਕ ਇਹ ਵੀ ਕਹਿ ਸਕਦੇ ਹਾਂ ਡਾਕਟਰ ਸਾਹਿਬ ਕਿ ਜਿਹੜੀਆਂ ਕੁੜੀਆਂ ਤੋਹਮਤਾਂ ਇਸ਼ਾਰੇ ਉਹਦੇ ਤੇ ਮਿਹਣੇ ਵਗੈਰਾ ਲਾਉਂਦੀਆਂ ਨੇ ਉਹ ਤਾਂ ਸੁਸਾਇਟੀ ਦਾ ਬਣਿਆ ਬਣਾਇਆ ਅਸੂਲ ਦੇ ਹਿਸਾਬ ਦੇ ਨਾਲ ਉਹ ਗਲਤ ਕਰਕੇ ਆਈ ਹੈ ਹੀਰ ਜਾਂ ਹੋਇਆ ਪਲੱਸ ਜਿਹੜੀ ਹੀਰ ਨੇ ਪਰਸਨਲ ਤੌਰ ਤੇ ਜਿਹੜੀ ਇੱਕ ਕਿਸਮ ਦੀ ਇਸ਼ਕ ਦੇ ਵਿੱਚ ਅਚੀਵਮੈਂਟ ਕੀਤੀ ਹੈ ਉਹ ਅਲੱਗ ਚੀਜ਼ ਹੈ ਸੁਸਾਇਟੀ ਵਰਸਸ ਇੰਡੀਵਿਜੂਅਲ ਇਸ਼ਕ ਦੀ ਜਿਹੜੀ ਅਚੀਵਮੈਂਟ ਹੈ ਇਹਦੇ ਬਾਰੇ ਕੀ ਕਹਿੰਦੇ ਹੋ ਨਹੀਂ ਦੇਖੋ ਗੱਲ ਇਹ ਹੈ ਨਾ ਕਿ ਹੀਰ ਜਿਹੜੇ ਜਿੱਥੋਂ ਦੇਖੋ ਨਾ ਉਹਨੇ ਜਿਹੜਾ ਇਹ ਬਿਆਨ ਸ਼ੁਰੂ ਕੀਤਾ ਪਹਿਲੇ ਪੈਰ ਪਕੜੇ ਇਹ ਇਤਕਾਦ ਕਰਕੇ ਫਿਰ ਨਾਲ ਕਲੇਜੇ ਦੇ ਲੱਗ ਗਏ ਠੀਕ ਇਹ ਹੁਣ ਕੁੜੀਆਂ ਨਹੀਂ ਕਹਿ ਰਹੀਆਂ ਇਹ ਤੇ ਕਹਾਣੀ ਬਿਆਨ ਕਰਨ ਵਾਲਾ ਵਾਰਿਸ ਸ਼ਾਹ ਕਹਿ ਰਿਹਾ ਨਾ ਪਹਿਲੇ ਪੈਰ ਪਕੜੇ ਇਤਕਾਦ ਕਰਕੇ ਆਪਣਾ ਬਿਲੀਫ ਉਹਦੇ ਚ ਪੱਕਾ ਕਰਕੇ ਯਾਨੀ ਰਾਂਝੇ ਚ ਫਿਰ ਨਾਲ ਕਲੇਜੇ ਦੇ ਲੱਗ ਗਏ ਫਿਰ ਉਹਦੇ ਉਹ ਸੀਨੇ ਦੇ ਨਾਲ ਲੱਗ ਗਏ ਤੇ ਹੁਣ ਨੈਚੁਰਲੀ ਦੋ ਤਰੀਕੇ ਸਨ ਵਾਰਿਸ ਸ਼ਾਹ ਕੋਲ ਉਹ ਅਗਲਾ ਅਮਲ ਦਿਖਾਉਣ ਦੇ ਕਿ ਸੀਨੇ ਨਾਲ ਲੱਗਣ ਤੋਂ ਬਾਅਦ ਕੀ ਹੋਇਆ ਹੋਏਗਾ ਉਹਦੇ ਦੋ ਤਰੀਕੇ ਸਨ ਇੱਕ ਤੇ ਇਹ ਹੈ ਕਿ ਉਹ ਆਪ ਇਹ ਜਿਹੜੀ ਲਾਈਨਾਂ ਦੋ ਨੇ ਲਿਖੀਆਂ ਇਹਨਾਂ ਦੀ ਤਰ੍ਹਾਂ ਲਿਖਦਾ ਜਾਵੇ ਅੱਗੇ ਤੇ ਦੂਜਾ ਇਹ ਹੈ ਕਿ ਉਹਨੂੰ ਕਹਾਣੀ ਨੂੰ ਉਹ ਥਰਡ ਕਰੈਕਟਰਸ ਵਿੱਚ ਉਹਨੇ ਲੈਣ ਦੇ ਰਾਇਬਾ ਸਾਰਫਾਂ ਜਿਹੜੀਆਂ ਨੇ ਉਹ ਉਹਨਾਂ ਦੇ ਥਰੂ ਉਹਨੇ ਉਹ ਗੱਲਾਂ ਕੀਤੀਆਂ ਜਿਹੜੀਆਂ ਕਿ
ट्रांसफॉर्मेशन दिखाई। हाँ जी, ट्रांसफॉर्मेशन उन्हें दिखाई। ते ਉਹਨੇ मतलब ये ਮੌਤ- है कि मतलब ये है कि ये मेरा ख्याल है कि वारिस शाह तो पहले वारिस शाह तो बाद कोई ये नहीं जरूरत कर सके। ਹਾਂ ਡਾਕਟਰ ਸਾਹਿਬ, ਮੈਂ ਵੀ ਇਹੀ ਕਹਿ ਰਿਹਾ ਸੀ ਕਿ ਕਿਸ ਤਰ੍ਹਾਂ ਇੱਕ ਐਕਸ਼ਨ ਨੂੰ ਸੁਸਾਇਟੀ ਦੇਖਦੀ ਹੈ ਔਰ ਕਿਸ ਤਰ੍ਹਾਂ ਇੰਡੀਵਿਜੂਅਲ ਬੰਦਾ ਹੀਰ ਉਸ ਚੀਜ਼ ਨੂੰ ਬੜੀ ਹਾਈ ਲੈਵਲ ਦੀ ਅਚੀਵਮੈਂਟ ਕਹਿੰਦੀ ਆ। ਮਤਲਬ ਇਹ ਕੰਟਰਾਸਟ ਦੱਸਿਆ ਸੀ ਸੁਸਾਇਟੀ ਦਾ ਵਰਸਸ ਇੰਡੀਵਿਜੂਅਲ ਬੰਦੇ ਦਾ। ਹਾਂ ਲੇਕਿਨ ਤੁਸੀਂ ਇਹ ਵੀ ਧਿਆਨ 'ਚ ਰੱਖੋ ਕਿ ਵਾਰਿਸ ਸ਼ਾਹ ਕਹਾਣੀਕਾਰ ਹੈ, ਉਹਨੇ ਗੱਲਾਂ ਤੇ ਆਪ ਕਹਿਣੀਆਂ ਨੇ। ਉਹ ਜਿਹੜੀਆਂ ਕਰੈਕਟਰ ਯੂਜ਼ ਕਰਨੇ। ਉਹ ਜਿਹੜੇ ਉਹਨੇ ਆਮ ਔਰਤਾਂ ਦੇ ਜਿਹੜੇ ਕਰੈਕਟਰ ਕ੍ਰੀਏਟ ਕਰਕੇ ਤੇ ਉਹਨਾਂ ਦੇ ਥਰੂ ਉਹਨੇ ਉਹ ਗੱਲ ਕੀਤੀ ਹੈ। ਅਸਲ ਦੇ ਵਿੱਚ ਤਾਂ ਆਪ ਹੀ ਕਰਨਾ ਚਾਹੁੰਦਾ ਹੈ ਨਾ। ਹਾਂਜੀ, ਟਿਪੀਕਲ ਟੈਕਨੀਕ ਹੈ ਡਾਕਟਰ ਸਾਹਿਬ। नहीं वो टेक्निक तो है, पर ਉਹ ਸੋਸਾਇਟੀ ਉਹੀ ਗੱਲ ਇਹੀ ਹੋ ਰਹੀ ਹੈ ਨਾ ਕਿ ਵੀ ਉਹ ਸੋਸਾਇਟੀ ਦੀ ਜ਼ਬਾਨ ਦੱਸ ਰਿਹਾ ਨਾ ਕਿ what they will ਕਹਿ ਰਹੇ ਨਾ ਅਮਰ ਕੇ ਵੀ what they will perceive it as and what the individual who's going through it is going to perceive it as। ਉਹਨਾਂ ਵਾਸਤੇ ਤੇ ਇੱਕ culmination of their love ਹੈਗੀ at this point। ਜਿਹੜੇ ਦੋ ਆਸ਼ਿਕ ਨੇ ਜਾਂ ਰੱਬ ਦੇ ਜੋ ਵੀ spiritual ਜਾਂ physical whatever it is, ਉਹਨਾਂ ਦਾ ਤੇ ਇਹ ਫਾਈਨਲ ਮਲਾਪ ਹੋਇਆ। ਪਰ ਜਿਹੜੇ ਸੋਸਾਇਟੀ ਹੈ ਉਹਦੀ ਤੇ ਆਪਣੀ ਡਿਫਰੈਂਟ ਨਜ਼ਰ ਹੈ ਨਾ। ਅੱਛਾ, ਉਸ ਸੋਸਾਇਟੀ ਦੀ ਨਜ਼ਰ ਦੇ ਵਿੱਚ ਇੱਕ ਈਰਸ਼ਾ ਵੀ ਹੈ। ਦੇ ਆਰ ਜੈਲਸ ਆਫ ਦਾ ਫੈਕਟ ਆਲਸੋ, ਕਿਉਂਕਿ ਸਾਡੇ ਕਿਸੇ ਹੋਰ ਵੱਲ ਤੇ ਉਹ ਵਹਿੰਦਾ ਵੀ ਨਹੀਂ, ਉਹ ਕਹਿੰਦੀਆਂ ਨੇ। ਹਾਂ ਬਿਲਕੁਲ। ਲਓ ਜੀ, ਫਿਰ ਅੱਜ ਦਾ ਸੈਸ਼ਨ ਮੁਕਾਈਏ। ਠੀਕ ਹੈ ਸਰ ਜੀ, ਥੈਂਕ ਯੂ। ਠੀਕ ਹੈ ਜੀ। ਓਕੇ।